एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। मैं नाही कछौ नहीं किछ आहि न मोरा अवसर लज्जा राख लेहो सदना जन तोरा। जागत जोत सतगुरु धन श्री गुरु ग्रंथ साहिब पातशाह जी की पावन हजूरी धन श्री गुरु हरकृष्ण साहिब महाराज 8वें सतगुरु 8वीं जोत गुरु नानक पातशाह जी रब्बी जोत तिन्हां दी पावन चरण छो प्राप्त गुर अस्थान गुरुद्वारा बंगला साहिब अते दूर दुराडे देश विदेश विच समूह गुरु दे शब्द दी विचार दा लाहा प्राप्त करन दी जग्यासा नाल जुड़ बैठे गुरमुख प्यारे सत्संगी जनों, सरबंसदानी अमृत के दाते धन गुरु गोबिंद सिंह साहिब महाराज जी दी बख्शिश कीती गुरफतेह सांझी करिए जी। वाहिगुरु जी का खालसा वाहिगुरु जी की फतेह। अनंत असीसां बख्शिशां दे बख्शनहारे गुरुदेव गुरु ग्रंथ साहिब महाराज दी चल रही लड़ीवार शब्द विचार विच गुरु सवारे सत्कारयोग भाई साहब जी पासों आपां ने जो अमृत बचन उन्हां पासों श्रवण कीता है, जिवें कि उन्होंने आप ही दसिया धन गुरु अर्जुन देव महाराज दे पंचम गुरुदेव दे पावन मुखार बिंद तो उचारण किया होया उन्हां द्वारा ही 12 महासिरलेख माज राग दे अंदर श्री गुरु ग्रंथ साहिब विच संग्रहित है। 12 महीने जिन्हां दे वखरे वखरे नाम विचारवाना ने निश्चित कीते, उन्हां महीनियां दे नाम ते उन्हां महीनियां दे लंघ रहे समय विच आले दुआले कुदरत दे विच आउंदियां मौसमी तब्दीलियां नूं आधार बना के दातार पातशाह ने सानू साडे जीवन दे आनंदमई नतीजियां नूं किवें प्राप्त करना इहदी जुगत समझाई है। इस दा गुज्जा भेद जिहड़ा सानू मनुख कहाउण वालियां नूं नहीं पता लगदा, सोझी ते परमात्मा ने सानू दित्ती है, पर उस सोझी दा इस्तेमाल असीं किस तरह करते हैं, उहदी वरतों किवें करते हैं, इहदे उत्ते निर्भर हुंदा है असीं अपने जीवन दी जुगत किस तरह दी बनाउने हैं, किस तरह का जीवन ढंग असीं अपनाउने हैं ते नतीजे भी उहदे अनुसार निकलते हैं। मैं पिछले दिनों च भी कल भी बेनती कीती सी, यह महीना जेठ दा फिर हाड़ दा जिहड़ा अगे आउणा है, इस महीने विच सूरज ने धरती दे नेड़े हो जाना ते सूरज जिसनूं विग्यानियां ने अग दा गोला आखिया है, जिहदे विच निरंतर अत्यंत तपश वालियां गैसां घुमदियां उहदे विच ही, और बड़े अजीबो गरीब हैरान कुन नतीजे विग्यानियां ने खोजे ने कि ये सूरज
ਜਿਸ ਨੂੰ ਸਾਡੇ ਹਿੰਦੁਸਤਾਨ ਦੇ ਵਿੱਚ ਧਰਮਾਚਾਰੀਆਂ ਨੇ ਦੇਵਤਾ ਕਰਕੇ ਸਤਿਕਾਰਿਆ, ਮੰਨਿਆ, ਪੂਜਿਆ। ਉਸ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਪੂਜਾ ਦੇ ਕਰਮਕਾਂਡੀ ਵਿਧੀ ਵਿਧਾਨ ਦਿੱਤੇ। ਖਗੋਲ ਵਿਗਿਆਨੀ ਕਹਿੰਦੇ ਕਿ ਇਹ ਸੂਰਜ ਗੈਸਾਂ ਦਾ ਸੰਗ੍ਰਹਿ ਹੈ। ਇਹ ਇੰਨੀਆਂ ਜ਼ਿਆਦਾ ਤਪਸ਼ ਭਰਪੂਰ ਨੇ ਕਿ ਇਹਨਾਂ ਵੱਲ ਸਿੱਧੇ ਤੌਰ 'ਤੇ ਦੇਖਿਆ ਵੀ ਨਹੀਂ ਜਾ ਸਕਦਾ ਨੰਗੀਆਂ ਅੱਖਾਂ ਦੇ ਨਾਲ। ਇਹਦੇ ਸੰਪਰਕ ਵਿੱਚ ਆਉਣਾ, ਇਹਦੇ ਲਾਗੇ ਜਾਣਾ ਤੇ ਸੰਭਵ ਹੀ ਨਹੀਂ ਹੈ, ਕਿਸੇ ਤਰ੍ਹਾਂ ਵੀ ਸੋਚਿਆ ਵੀ ਨਹੀਂ ਜਾ ਸਕਦਾ। ਔਰ ਇੱਥੋਂ ਤੱਕ ਮੈਂ ਪੜ੍ਹ ਰਿਹਾ ਸੀ ਕਿ ਤਕਰੀਬਨ ਹਰ 11 ਸਾਲ ਬਾਅਦ ਇਹ ਜਿਹੜੀਆਂ ਗੈਸ ਦੀਆਂ ਹਨੇਰੀਆਂ ਉੱਥੇ ਚੱਲਦੀਆਂ ਨੇ, ਉਹ ਗੈਸ ਤਪਸ਼ ਭਰੀ ਜਿਹੜੀ ਉੱਥੇ ਹਰ ਵੇਲੇ ਕਾਇਮ ਰਹਿੰਦੀ ਹੈ। ਉਹਨਾਂ ਤਪਸ਼ ਭਰੀਆਂ ਗੈਸਾਂ ਦੇ ਵਿੱਚ ਹਰ ਤਕਰੀਬਨ 11 ਸਾਲ ਬਾਅਦ ਵਿਸਫੋਟ ਹੁੰਦਾ। ਉਸ ਗਰਮੀ ਕਰਕੇ, ਉਸ ਤਪਸ਼ ਕਰਕੇ ਇੰਨਾ ਵਿਸਫੋਟ ਹੁੰਦਾ ਹੈ ਕਿ ਉਸ ਦੀ ਉਸ ਅਗਨੀ ਦਾ ਸੇਕ ਜਿਹੜਾ ਉਹ ਆਲੇ ਦੁਆਲੇ ਦੇ ਗ੍ਰਹਿਾਂ ਤੇ ਪਲੈਨਟਸ ਦੇ ਉੱਤੇ ਪੈਂਦਾ। ਇਹ ਧਰਤੀ ਵੀ ਜਿਹੜੀ ਹੈ ਉਸ ਤਪਸ਼ ਦੇ ਪ੍ਰਭਾਵ ਥੱਲੇ ਆ ਜਾਂਦੀ ਹੈ। ਔਰ ਹੈਰਾਨਕੁਨ ਸੱਚ ਮੈਂ ਪੜ੍ਹਿਆ, ਤੁਸੀਂ ਵੀ ਪੜ੍ਹਿਆ ਹੋਏਗਾ ਕਈ ਸੱਜਣਾ ਨੇ ਜਿਹੜੇ ਇਸ ਪਾਸੇ ਵੱਲ ਰੁਚੀ ਰੱਖਦੇ, ਕਿ ਇਹ ਜਦੋਂ ਵਿਸਫੋਟ ਉੱਥੇ ਹੁੰਦੇ ਹੈ ਗੈਸਾਂ ਦੇ ਵਿੱਚ, ਉਹ ਸੇਕ ਜਦੋਂ ਕਿਰਨਾਂ ਬਣ ਕੇ ਇੱਧਰ ਆਉਂਦਾ ਹੈ ਤੇ ਉਸ ਵੇਲੇ ਧਰਤੀ ਦੇ ਉੱਤੇ ਜਿਹੜੇ ਜੀਵ ਜੰਤੂ ਨੇ, ਮਨੁੱਖ ਨੇ ਖਾਸ ਤੌਰ 'ਤੇ, ਉਹਨਾਂ ਦੇ ਅੰਦਰ ਬੇਚੈਨੀ ਵੱਧਦੀ ਹੈ, ਉਹਨਾਂ ਦਾ ਕ੍ਰੋਧ ਵੱਧਦਾ, ਉਹਨਾਂ ਦੇ ਅੰਦਰ ਜਿਹੜੀਆਂ ਵਿਕਾਰੀ ਬਿਰਤੀਆਂ ਨੇ ਉਹ ਹੋਰ ਪ੍ਰਬਲ ਹੁੰਦੀਆਂ ਤੇ ਇਸ ਧਰਤੀ 'ਤੇ ਝਗੜੇ ਕਲੇਸ਼ ਵੱਧ ਜਾਂਦੇ ਹੈ, ਯੁੱਧ ਹੋਣੇ ਸ਼ੁਰੂ ਹੋ ਜਾਂਦੇ ਹੈ। ਇਹ ਮਨੁੱਖੀ ਬਿਰਤੀ ਦਾ ਹੈਰਾਨਕੁਨ ਸੱਚ ਉਹਨਾਂ ਖਗੋਲ ਵਿਗਿਆਨੀਆਂ ਨੇ ਤਜਰਬੇ ਕਰ ਕਰਕੇ ਸਾਡੇ ਸਾਹਮਣੇ ਰੱਖਿਆ ਕਿ ਸੂਰਜ ਦੀ ਤਪਸ਼ ਦਾ ਪ੍ਰਭਾਵ ਜਿਹੜਾ ਉਹ ਜਦੋਂ ਧਰਤੀ 'ਤੇ ਕਿਰਨਾਂ ਬਣ ਕੇ ਆਉਂਦਾ ਹੈ ਤਾਂ ਸਾਰੇ ਜੀਵ ਜੰਤੂ ਉਦੋਂ ਤੋਂ ਪ੍ਰਭਾਵਿਤ ਹੁੰਦੇ। ਮਨੁੱਖ ਦੀ ਸੁਰਤੀ ਬਿਰਤੀ, ਮਨੁੱਖ ਦੀ ਮਨੋ ਅਵਸਥਾ ਜਿਹੜੀ ਹੈ ਉਹ ਕ੍ਰੋਧ ਦੇ ਵਿੱਚ ਹੋਰ ਜ਼ਿਆਦਾ ਗਲਤਾਨ ਹੋ ਜਾਂਦੀ, ਉਹਦਾ ਹੰਕਾਰ ਵੱਧ ਜਾਂਦਾ, ਉਹਦੀ ਈਰਖਾ ਵੱਧ ਜਾਂਦੀ, ਉਹਦੀ ਤ੍ਰਿਸ਼ਨਾ ਵੱਧ ਜਾਂਦੀ। ਔਰ ਇਸ ਸੰਸਾਰ ਦੇ ਵਿੱਚ ਲੋਕ ਬਹੁਤ ਬੇਚੈਨ ਹੋਣੇ ਸ਼ੁਰੂ ਹੋ ਜਾਂਦੇ ਆ, ਝਗੜੇ ਕਲੇਸ਼ਾਂ ਕਰਕੇ ਕਤਲੋ ਗਾਰਤ, ਬੇਚੈਨੀ ਵੱਧ ਜਾਂਦੀ, ਖੁਆਰੀ ਵੱਧ ਜਾਂਦੀ ਹੈ। ਪਰ ਅਧਿਆਤਮਿਕ ਪੁਰਸ਼ਾਂ ਨੇ ਮਨੁੱਖ ਦੇ ਜੀਵਨ ਦੀ ਇਸ ਮਨੋ ਅਵਸਥਾ ਨੂੰ ਅਧਿਆਤਮਿਕ ਪੱਖ ਤੋਂ ਹੋਰ ਰੂਪ ਵਿੱਚ ਬਿਆਨ ਕੀਤਾ। ਉਹ ਕਹਿੰਦੇ ਇਹ ਸੱਚ ਹੈ ਕਿ ਇਹ ਸੂਰਜ ਆਪਣੀ ਤਪਸ਼ ਨਾਲ ਜਦੋਂ ਇਹ ਧਰਤੀ ਦੇ ਨੇੜੇ ਆਉਂਦਾ ਹੈ, ਗ੍ਰਹਿਾਂ ਦੀ ਚਾਲ ਦੇ ਮੁਤਾਬਕ ਸੂਰਜ ਤੇ ਸਥਿਰ ਹੈ, ਧਰਤੀ ਹੀ ਉਹਦੇ ਆਲੇ ਦੁਆਲੇ ਘੁੰਮਦੀ ਹੈ। ਧਰਤੀ ਜਦੋਂ ਉਹਦੇ ਹੋਰ ਨੇੜੇ ਹੁੰਦੀ ਹੈ ਆਪਣੀ ਚਾਲ ਦੇ ਕਰਕੇ, ਤਾਂ ਮੌਸਮ ਵਿੱਚ ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ, ਕੁਦਰਤੀ ਗੱਲ ਹੈ, ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਸਾਨੂੰ ਬੇਚੈਨ ਕਰਨਗੀਆਂ ਉਹ ਤਪਸ਼ ਭਰੀਆਂ ਕਿਰਨਾਂ, ਤੇ ਮਨੁੱਖ ਉਹਦਾ ਇਲਾਜ ਲੱਭਦਾ। ਤਪਸ਼ ਤੋਂ ਬਚਣ ਵਾਸਤੇ ਵੀ ਠੰਡਕ ਵਾਲੇ ਸੁੱਖ ਸਾਧਨ ਪ੍ਰਾਪਤ ਕਰਨ ਦੇ ਲਈ ਸੋਚਦਾ, ਵਿਚਾਰਦਾ ਤੇ ਉਹਦੀ ਖੋਜ ਕਰਦਿਆਂ ਆਪਣੇ ਲਈ ਉਹ ਮੁਹੱਈਆ ਕਰਵਾ ਲੈਂਦਾ, ਉਪਲਬਧ ਕਰਵਾ ਲੈਂਦਾ। ਠੀਕ ਇਸੇ ਤਰ੍ਹਾਂ ਹੀ ਧਰਤੀ ਜਦੋਂ ਘੁੰਮਦੀ ਆਪਣੀ ਚਾਲ ਵਿੱਚ ਸੂਰਜ ਤੋਂ ਦੂਰੀ ਬਣਾਉਂਦੀ ਹੈ, ਸੂਰਜ ਤੋਂ ਦੂਰ ਹੁੰਦੀ ਹੈ, ਉਸ ਵੇਲੇ ਠੰਡ ਹੋ ਜਾਂਦੀ ਹੈ ਤੇ ਉਹ ਠੰਡ ਵੀ ਮਨੁੱਖ ਨੂੰ ਬੇਚੈਨ ਕਰਦੀ ਹੈ, ਬਰਫਾਨੀ ਹਵਾਵਾਂ ਬੇਚੈਨ ਕਰਦੀਆਂ। ਫਿਰ ਠੰਡ ਦਾ ਇਲਾਜ ਕਰਦਾ ਹੈ, ਗਰਮੈਸ਼ ਨਿੱਘ ਲੱਭਦਾ, ਉਹ ਵੀ ਸੋਚ ਵਿਚਾਰ ਕਰਦਿਆਂ ਮਨੁੱਖ ਪ੍ਰਾਪਤ ਕਰ ਲੈਂਦਾ ਹੈਗਾ। ਇਹ ਪ੍ਰਾਪਤ ਹੋਇਆ ਸੰਸਾਰ ਦੇ ਵਿਗਿਆਨੀਆਂ ਨੇ ਖੋਜਾਂ ਕਰਕੇ
ਤਪਸ਼ ਦੇ ਵੀ ਤੇ ਠੰਡਕ ਦੇ ਵੀ ਜਿਹੜੇ ਪ੍ਰਭਾਵ ਨੇ, ਜਿਹੜੇ ਮਨੁੱਖ ਨਹੀਂ ਸਰੀਰਕ ਤੌਰ ਤੇ ਬਰਦਾਸ਼ਤ ਕਰ ਪਾਉਂਦਾ, ਉਹਦੇ ਸਾਧਨ ਲੱਭ ਲਏ, ਇਲਾਜ ਲੱਭ ਲਏ। ਪਰ ਗੁਰੂਦੇਵ ਕਹਿੰਦੇ ਬਾਹਰੀ ਤੌਰ ਤੇ, ਸਰੀਰਕ ਤੌਰ ਤੇ ਇਹ ਤਪਸ਼ ਤੇ ਠੰਡਕ ਜਿਹੜੀ ਹੈ, ਜਿਸ ਦੇ ਕਰਕੇ ਤੁਸੀਂ ਬੇਚੈਨ ਹੋ ਕੇ ਇਹ ਤੋਂ ਬਚਣਾ ਲੋੜਦੇ ਹੋ। ਕੱਲ ਵੀ ਬੇਨਤੀ ਕੀਤੀ ਸੀ, ਸਾਹਿਬ ਕਹਿੰਦੇ ਕਦੀ ਆਪਣੇ ਆਪ ਨਾਲ ਸਮਾਂ ਕੱਢ ਕੇ ਬੈਠ ਕੇ ਵਿਚਾਰਿਆ ਤੇ ਕਰੋ ਵੀ ਮੇਰੇ ਕੋਲ ਏਸੀ ਲੱਗ ਗਿਆ, ਮੇਰੇ ਕੋਲ ਹੀਟਰ ਲੱਗ ਗਿਆ, ਸਰਦੀ ਵਿੱਚ ਨਿੱਘ ਮਿਲ ਗਈ ਸਰੀਰ ਨੂੰ, ਗਰਮੀ ਵਿੱਚ ਠੰਡਕ ਮਿਲ ਗਈ ਸਰੀਰ ਨੂੰ, ਪਰ ਤੁਹਾਡੇ ਮਨ ਦੀ ਅਵਸਥਾ ਕੀ ਹੈ? ਤੁਹਾਡੀ ਅੰਦਰੂਨੀ ਅਵਸਥਾ ਕੀ ਹੈ ਉਸ ਵੇਲੇ? ਕੀ ਬਾਹਰਲੇ ਏਸੀ ਦੇ ਉਸ ਠੰਡੇ ਵਾਤਾਵਰਣ ਵਿੱਚ ਰਹਿੰਦੇ ਆ ਮਨ ਕਰਕੇ ਵੀ ਤੁਸੀਂ ਸੀਤਲਤਾ ਮਹਿਸੂਸ ਕਰ ਰਹੇ ਹੋ? ਮਨ ਕਰਕੇ ਵੀ ਤੁਸੀਂ ਅੰਦਰ ਠੰਡਕ ਟਿਕਾਓ ਮਹਿਸੂਸ ਕਰ ਰਹੇ ਹੋ? ਠੀਕ ਹੈ, ਸਰੀਰ ਨੂੰ ਜਦੋਂ ਠੰਡਕ ਮਿਲਦੀ ਹੈ ਤਪਸ਼ ਵਿੱਚ, ਇਹ ਤੇ ਪੰਛੀ ਵੀ ਕਰਦੇ ਨੇ, ਦਰਖਤਾਂ ਦੀ ਛਾਂ 'ਚ ਬਹਿ ਜਾਂਦੇ ਆ। ਜਿਨ੍ਹਾਂ ਕੋਲ ਏਸੀ ਨਹੀਂ ਹੈਗੇ ਉਹ ਪੱਖੇ ਲੈ ਕੇ ਹੱਥਾਂ ਦੇ ਤਾਂ ਸਾਰ ਲੈਂਦੇ ਆ। ਕੋਈ ਦਰਖਤਾਂ ਦੀ ਛਾਂ ਥੱਲੇ ਜਾ ਕੇ, ਪੁਰਾਣੇ ਸਮਿਆਂ 'ਚ ਆਪਾਂ ਇੱਦਾਂ ਹੀ ਕਰਦੇ ਸੀ, ਸਾਡੇ ਬਜ਼ੁਰਗ ਇੱਦਾਂ ਹੀ ਕਰਦੇ ਸੀ। ਪਰ ਭਾਵੇਂ ਦਰਖਤ ਦੀ ਛਾਂ ਹੋਵੇ, ਭਾਵੇਂ ਹੱਥ ਦੀਆਂ ਪੱਖੀਆਂ ਹੋਣ, ਭਾਵੇਂ ਏਸੀ ਹੋਣ, ਪੱਖੇ ਹੋਣ, ਅੰਦਰ ਦੀ ਸਾਡੀ ਅਵਸਥਾ ਕੀ ਹੈ? ਸਾਹਿਬ ਕਹਿੰਦੇ ਮੇਰੇ ਕੋਲ ਆ ਕੇ ਬੈਠੇ ਹੋ, ਕਾਹਦੇ ਵਾਸਤੇ ਆ ਕੇ ਬੈਠੇ ਹੋ? ਤੁਹਾਡੇ ਘਰਾਂ 'ਚ ਵੀ ਪੱਖੇ ਲੱਗੇ ਹੋਏ ਨੇ, ਇੱਥੇ ਵੀ ਪੱਖੇ ਲੱਗੇ ਹੋਏ ਨੇ। ਇੱਥੇ ਗੁਰੂ ਕੇ ਸਿੱਖਾਂ ਨੇ ਸ਼ਰਧਾ ਸਤਿਕਾਰ ਨਾਲ ਇਹ ਗੁਰੂ ਦੇ ਘਰ ਨੂੰ ਬਹੁਤ ਸੁੰਦਰ ਬੈਠਣ ਵਾਸਤੇ ਬੜਾ ਸੁਖਾਵਾਂ ਤੇ ਬਣਾ ਲਿਆ। ਪਰ ਬੈਠਣ ਵਾਲਿਓ, ਅੰਦਰ ਕੀ ਚੱਲਦਾ ਤੁਹਾਡੇ? ਆਏ ਕਾਹਦੇ ਵਾਸਤੇ ਤੁਸੀਂ ਇੱਥੇ? ਤੇ ਇੱਥੇ ਬੈਠਣ ਤੋਂ ਬਾਅਦ ਲੈ ਕੇ ਕੀ ਜਾ ਰਹੇ ਹੋ ਇੱਥੋਂ? ਤੁਹਾਡੇ ਅੰਦਰ ਇੱਥੇ ਆਉਣ ਤੋਂ ਪਹਿਲਾਂ ਕੀ ਚੱਲਦਾ ਪਿਆ ਸੀ? ਤੁਹਾਡਾ ਕਾਮ, ਤੁਹਾਡਾ ਕ੍ਰੋਧ, ਤੁਹਾਡਾ ਲੋਭ, ਤੁਹਾਡਾ ਮੋਹ, ਤੁਹਾਡੀ ਈਰਖਾ, ਤੁਹਾਡੀ ਤ੍ਰਿਸ਼ਨਾ, ਤੁਹਾਡਾ ਹੰਕਾਰ ਕਿਸ ਤਰ੍ਹਾਂ ਤੁਹਾਡੇ ਅੰਦਰ ਕੜਮਾਸ ਪਾ ਰਿਹਾ ਸੀ? ਕਿਸ ਤਰ੍ਹਾਂ ਤੁਹਾਡੇ ਅੰਦਰ ਸ਼ੋਰ ਸ਼ਰਾਬਾ, ਖੰਡਾਓ ਸੀ, ਚੰਚਲਤਾ ਸੀ? ਇਹਦੀ ਵਿਚਾਰ ਕਰਦੇ ਹੋ? ਕਦੇ ਮਹਿਸੂਸ ਕਰਦੇ ਹੋ? ਦੁਖੀ ਦੁਖੀ ਬੇਚੈਨ ਮਹਿਸੂਸ ਕਰਦੇ ਇੱਥੇ ਆ ਜਾਂਦੇ ਹੋ। ਜਦੋਂ ਨਹੀਂ ਸਾਡੀ ਸਮਝ, ਸਾਡੀਆਂ ਅਕਲਾਂ ਸਿਆਣਪਾਂ ਨਹੀਂ ਕੰਮ ਕਰਦੀਆਂ, ਮਹਾਰਾਜ ਕੋਲ ਚੱਲੀਏ, ਸੱਚੇ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੀਏ, ਮਹਾਰਾਜ ਸਾਨੂੰ ਸਾਡੇ ਦੁੱਖਾਂ ਨੂੰ, ਸਾਡੇ ਕਲੇਸ਼ਾਂ ਨੂੰ ਸੁੱਖਾਂ ਵਿੱਚ ਬਦਲ ਦਿਓ। ਇਹੀ ਬੇਨਤੀ ਲੈ ਕੇ ਆਉਂਦੇ ਹਾਂ। ਗੁਰੂ ਸਾਹਿਬ ਨੇ ਵੀ ਸਾਡੀ ਇਸ ਮਨੋ ਅਵਸਥਾ ਦਾ ਬਾਣੀ ਵਿੱਚ ਜ਼ਿਕਰ ਕਰਕੇ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨ ਦੀ ਜਾਚ ਸਿਖਾਈ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਚਿੰਤਾ ਤੁਰਾਂ ਪਾਤਸ਼ਾਹ, ਆਇਆ ਤੁਹਾਡੇ ਕੋਲ, ਤੁਹਾਡੀ ਸ਼ਰਨ ਵਿੱਚ, ਕਰ ਦਿਓ ਕਿਰਪਾ। ਚਿੰਤਾ ਲਾਹੇ ਹਮਾਰੀ, ਇਹਦਾ ਮਤਲਬ ਏਸੀ ਵਿੱਚ ਬੈਠ ਕੇ ਵੀ, ਪੱਖੀਆਂ ਦੇ ਥੱਲੇ ਬੈਠ ਕੇ ਵੀ, ਠੰਡਕ ਦੇ ਸੁਖ ਸਾਧਨ ਮਾਣਦਿਆਂ ਵੀ ਅੰਦਰ ਤਪਸ਼ ਹੈ, ਅੰਦਰ ਚਿੰਤਾ ਤੁਰ ਹੈ, ਅੰਦਰ ਬੇਚੈਨ ਹੈ, ਕਾਰਨ ਨਹੀਂ ਪਤਾ ਲੱਗਦਾ। ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਝੁੰਝਲਾਹਟ ਵਿੱਚ, ਬੇਚੈਨੀ ਵਿੱਚ ਛਟਪਟਾਉਂਦਿਆਂ ਹੋਇਆਂ ਮੇਰੇ ਕੋਲ ਆਉਨੇ ਹੋ, ਤਾਂ ਫਿਰ ਇੱਥੇ ਬੇਗਾਨਿਆਂ ਵਾਂਗ ਨਾ ਆਇਆ ਕਰੋ, ਇੱਥੇ ਬੇਧਿਆਨੇ ਹੋ ਕੇ ਨਾ ਆਇਆ ਕਰੋ। ਇਹ ਮੇਲਾ ਨਹੀਂ ਹੈ, ਮਾੜੀ ਰੌਣਕਾਂ ਨਹੀਂ ਹਨ ਮਨੁੱਖਾਂ ਦੇ ਇਕੱਠਾਂ ਦੀਆਂ। ਤੇ ਇੱਥੇ ਆ ਕੇ ਕਿਹਨੇ ਕਿਹੜੇ ਕੱਪੜੇ ਪਾਏ ਆ, ਕਿਹਨੇ ਕੀ ਕੀਤਾ ਹੋਇਆ, ਕਿਹਨੇ ਕਿਸ ਤਰ੍ਹਾਂ ਦੀ ਮੇਕਅਪ ਹਾਰ ਸ਼ਿੰਗਾਰ ਕੀਤਾ ਹੋਇਆ, ਕੌਣ ਮੇਰਾ ਇੱਥੇ ਆਪਣਾ ਰਿਸ਼ਤੇਦਾਰ ਆਇਆ, ਕੌਣ ਧੜੇ ਵਾਲਾ ਆਇਆ, ਕੌਣ ਬੇਗਾਨਾ ਆਇਆ, ਕਿਹੜਾ ਕਿਹੜੀ ਨਾ, ਇਸ ਪਾਸੇ ਨਹੀਂ। ਮੈਂ ਜਦੋਂ ਚੱਲ ਕੇ ਇੱਥੇ ਆਈ ਹਾਂ, ਮੈਂ ਜਦੋਂ ਇੱਥੇ ਚੱਲ ਕੇ ਆਇਆ, ਕਾਹਦੇ ਵਾਸਤੇ? ਮੈਂ ਸਿੱਧਾ ਆਪਣੇ ਗੁਰੂ ਨਾਲ ਇੱਥੇ ਰਿਸ਼ਤਾ ਬਣਾਵਾਂ, ਮੇਰੇ ਤੇ ਗੁਰੂ ਦੇ ਵਿੱਚ ਕੋਈ ਤੀਸਰਾ ਨਾ ਆਵੇ, ਮੇਰੀਆਂ ਅੱਖਾਂ ਵੀ ਗੁਰੂ ਨੂੰ ਦੇਖਣ,
ਮੇਰੇ ਕੰਨ ਵੀ ਇੱਥੇ ਆ ਕੇ ਗੁਰੂ ਨੂੰ ਸੁਣਨ, ਮੇਰੀ ਬੋਲ ਬਾਣੀ ਵਿੱਚ ਵੀ ਗੁਰੂ ਦੀ ਬਾਣੀ ਦਾ ਪ੍ਰਭਾਵ ਆਵੇ, ਤੇ ਇਹਨਾਂ ਸਾਰੇ ਉਦਮਾਂ ਦੇ ਨਾਲ ਮੇਰਾ ਮਨ ਜਿਹੜਾ 24 ਘੰਟੇ ਖੰਡਾਓ ਵਿੱਚ, ਬੇਚੈਨੀ ਵਿੱਚ, ਬਾਹਰ ਮੁਖੀ ਦੂਜਿਆਂ ਵੱਲ ਦੇਖ ਦੇਖ ਕੇ ਕਦੀ ਹੰਕਾਰ ਵਿੱਚ ਆਉਂਦਾ, ਕਦੀ ਈਰਖਾ ਵਿੱਚ ਆਉਂਦਾ, ਬੇਚੈਨ ਹੁੰਦਾ, ਸਮਾਂ ਇੱਦਾਂ ਹੀ ਲੰਘੀ ਜਾਂਦਾ। ਮਹਾਰਾਜ ਕਹਿੰਦੇ ਇੱਥੇ ਆ ਕੇ ਤੁਹਾਡਾ ਸਮਾਂ ਪਹਿਲਾਂ ਵਾਂਗ ਨਾ ਗੁਜ਼ਰੇ, ਉਹਦੇ ਵਿੱਚ ਕੁਝ ਸੁੱਖ ਦੀ ਘੜੀ, ਕੁਝ ਆਨੰਦ ਦੀ, ਸੁਖ ਸ਼ਾਂਤੀ ਦੀ, ਟਿਕਾਓ ਦੀ ਅਵਸਥਾ ਬਣ ਜਾਏ। ਇਸ ਉਤਸੁਕਤਾ ਨਾਲ, ਇਸ ਜਗਿਆਸਾ ਨਾਲ, ਇਸ ਭਾਵਨਾ ਨਾਲ ਇੱਥੇ ਆਇਆ ਕਰੋ ਤੇ ਇੱਥੇ ਆ ਕੇ ਬੈਠਿਆ ਕਰੋ। ਤੇ ਜਦੋਂ ਇੱਥੇ ਆਓ ਤੇ ਜਿਹੜੇ ਇੱਥੇ ਬੈਠੇ ਹੈ ਨਾ, ਉਹਨਾਂ ਦੇ ਪ੍ਰਤੀ ਅਤ ਸਤਿਕਾਰ, ਅਤ ਪਿਆਰ, ਅਧੀਨਗੀ ਦੀ ਭਾਵਨਾ ਲੈ ਕੇ ਆਇਆ ਕਰੋ, ਬੈਠਿਆ ਕਰੋ। ਮਹਿਸੂਸ ਕਰਿਆ ਕਰੋ ਇਸ ਗੱਲ ਨੂੰ ਕਿ ਜਿੰਨੇ ਬੈਠੇ ਹੈ ਨਾ, ਘੱਟੋ ਘੱਟ ਮੇਰੇ ਤੋਂ ਤਾਂ ਸਾਰੇ ਹੀ ਚੰਗੇ ਹੈ। ਮੈਂ ਉਹਨਾਂ ਨੇੜੇ ਨਹੀਂ ਸ਼ਾਇਦ ਗੁਰੂ ਦੇ ਹੋ ਸਕਿਆ ਜਿੰਨੇ ਇਹ ਸਾਰੇ ਨੇ। ਤੇ ਇਹਨਾਂ ਦੇ ਪ੍ਰਤੀ ਨਿਮਰਤਾ ਦਾ ਭਾਵ ਅਸੀਂ ਕਰਦੇ ਹਾਂ। ਬਾਹਰੀ ਤੌਰ ਤੇ ਜਿਹੜਾ ਪੈਰ ਧੋਣ ਵਾਲਾ ਚਬੱਚਾ ਹੈ, ਉੱਥੋਂ ਚੂੜੀਆਂ ਵੀ ਲੈਂਦੇ ਹਾਂ, ਮੱਥੇ ਨੂੰ ਚਰਨ ਧੂੜ ਕਹਿ ਕੇ ਉਹ ਮਿੱਟੀ ਵੀ ਜਿਹੜੀ ਹੈ ਪਵਿੱਤਰ ਜਾਣ ਕੇ ਕਿ ਇਸ ਚਰਨ ਧੂੜ ਨੂੰ ਮੱਥੇ ਤੇ ਲਾਇਆ, ਭਾਗ ਬਦਲਣੇ ਨੇ, ਲੇਖ ਬਦਲਣੇ ਨੇ, ਇਹ ਕਰਦੇ ਹਾਂ ਅਸੀਂ, ਝੁੱਕ ਕੇ ਆਉਨੇ ਹਾਂ ਇੱਥੇ। ਪਰ ਸਾਹਿਬ ਜੀ ਕਹਿੰਦੇ ਇਹ ਸਰੀਰਕ ਕਿਰਿਆਵਾਂ ਕਰਦੇ ਹਾਂ ਕਿਤੇ ਮਨ ਦੀ ਕਿਰਿਆ ਵੀ ਇਸ ਤਰ੍ਹਾਂ ਹੁੰਦੀ ਕਿ ਨਹੀਂ ਹੁੰਦੀ? ਮਨ ਵੀ ਝੁਕਿਆ ਕਿ ਨਹੀਂ ਝੁਕਿਆ? ਮਨ ਵੀ ਕਿਤੇ ਨਿਵਿਆ ਕਿ ਨਹੀਂ ਨਿਵਿਆ? ਸਰੀਰਾਂ ਤੋਂ ਚੱਲ ਕੇ ਸੁਰਤੀ ਤੱਕ ਦੀ ਜਿਹੜੀ ਇੱਥੇ ਯਾਤਰਾ ਹੈ, ਉਹਦੇ ਵੱਲ ਧਿਆਨ ਗਿਆ ਕਿ ਨਹੀਂ ਗਿਆ? ਸਰੀਰ ਨੂੰ ਝੁਕਾ ਲਿਆ, ਸਰੀਰ ਦੇ ਰਾਹੀਂ ਹੱਥ ਜੋੜ ਲਏ, ਸਰੀਰ ਦੇ ਰਾਹੀਂ ਕੁਝ ਭੇਟਾਵਾਂ ਚੜਾਤੀਆਂ, ਸਰੀਰ ਕਰਕੇ ਬੈਠ ਵੀ ਗਏ, ਕੁਝ ਕਹਿ ਲਿਆ, ਕੁਝ ਗਾ ਲਿਆ, ਕੁਝ ਸੁਣ ਲਿਆ, ਕੁਝ ਹੱਥੀਂ ਸੇਵਾ ਕਰ ਲਈ, ਇਹ ਸਰੀਰਾਂ ਨਾਲ ਕਰ ਲਿਆ। ਪਰ ਮਨ ਵੀ ਇਹਦੇ ਵਿੱਚ ਸ਼ਾਮਲ ਹੋਇਆ ਕਿ ਨਹੀਂ ਹੋਇਆ? ਇੱਥੇ ਆ ਕੇ ਸਰੀਰ ਨੇ ਤੇ ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਸ਼ਮੂਲੀਅਤ ਕਰ ਲਈ, ਪਰ ਮਨ ਦੀ ਸੰਗਤ ਵੀ ਹੋਈ ਕਿ ਨਹੀਂ ਹੋਈ? ਸੁਰਤੀ ਦੀ, ਮਤ ਦੀ ਸੰਗਤ ਵੀ ਹੋਈ ਕਿ ਨਹੀਂ ਹੋਈ? ਮਹਾਰਾਜ ਕਹਿੰਦੇ ਬੈਠਣਾ ਤੇ ਫਿਰ ਤਾਂ ਹੁੰਦਾ ਹੈ, ਸੰਗਤ ਤੇ ਤਾਂ ਹੁੰਦੀ ਹੈ, ਸੰਬੰਧ ਤੇ ਤਾਂ ਬਣਦਾ ਹੈ। ਔਰ ਗੁਰੂਦੇਵ ਜੀ ਕਹਿੰਦੇ ਨਤੀਜੇ ਵੀ ਫਿਰ ਇਹਦੇ ਵਿੱਚੋਂ ਹੀ ਨਿਕਲਣੇ ਨੇ। ਜੇ ਮਨ ਦੀ ਸੰਗਤ ਨਹੀਂ ਹੋਈ, ਸੁਰਤੀ ਦੀ ਸੰਗਤ ਨਹੀਂ ਹੋਈ, ਸੁਰਤੀ ਦਾ ਮਨ ਦਾ ਰਿਸ਼ਤਾ ਨਹੀਂ ਬਣਿਆ ਗੁਰੂ ਨਾਲ, ਗੁਰੂ ਦੇ ਪਿਆਰਿਆਂ ਨਾਲ, ਤਾਂ ਫਿਰ ਜਿਹੜੇ ਨਤੀਜੇ ਆਨੰਦਮਈ ਮਾਣ ਕਰਨ ਯੋਗ ਲੈਣ ਵਾਸਤੇ ਆਇਓ ਉਹ ਨਹੀਂ ਜੇ ਮਿਲਣੇ। ਇਸੇ ਕਰਕੇ ਗੁਰੂਦੇਵ ਨੇ ਬਾਰ-ਬਾਰ ਬਾਣੀ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ, ਸਾਨੂੰ ਸੁਚੇਤ ਕੀਤਾ। ਭਾਵੇਂ ਉਸਤਤ ਮੂੰਹ ਤੋਂ ਬੋਲ ਕੇ ਸੁਣਾ ਕੇ ਕਰ ਰਹੇ ਹਾਂ, ਭਾਵੇਂ ਅਸੀਂ ਸੁਣ ਰਹੇ ਹਾਂ। ਮਹਾਰਾਜ ਕਹਿੰਦੇ ਭਾਵੇਂ ਸੁਣਾਈ ਜਾ ਰਹੀ ਤੇ ਭਾਵੇਂ ਸੁਣੀ ਜਾ ਰਹੀ, ਇਹਦੇ ਵਿੱਚ ਸ਼ਾਮਲ ਕਿਵੇਂ ਹੋਣਾ? ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਕਿਵੇਂ ਜੀ? ਸਾਵਧਾਨ, ਇਕਾਗਰ ਚਿੱਤ ਇਕਾਗਰ ਕਰਕੇ, ਸੁਰਤੀ ਦੇ ਧਿਆਨ ਨਾਲ, ਸੁਰਤੀ ਦੀ ਸੁਚੇਤਤਾ ਦੇ ਨਾਲ। ਕਿਉਂਕਿ ਪਤਾ ਨਹੀਂ ਗੁਰੂ ਦੇ ਕਿਸ ਬਚਨ ਨੇ, ਗੁਰੂ ਦੀ ਬਾਣੀ ਦੀ ਕਿਹੜੀ ਤੁਕ ਨੇ ਕੀਰਤਨ ਰਾਹੀਂ, ਪਾਠ ਰਾਹੀਂ, ਵਿਚਾਰ ਰਾਹੀਂ ਸਾਡੇ ਇੱਥੇ ਠਾ ਵਜਣਾ ਜਾ ਕੇ, ਸਾਡੇ ਹਿਰਦੇ ਦੇ ਉੱਤੇ ਜਾ ਕੇ ਜੇ ਸੁਚੇਤਤਾ ਨਾਲ ਇਹ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਤੇ ਇਸ ਨੇ ਕਿੱਦਾਂ ਸਾਡੇ ਅੰਦਰ ਭਾਈ ਸਾਹਿਬ, ਭਾਈ ਸੱਜਣ ਜੀ ਵਾਂਗ ਪ੍ਰਭਾਵ ਪਾ ਦੇਣਾ। ਤੇ ਭਾਈ ਸੱਜਣ ਜੀ ਦੀਆਂ ਠੱਗ ਬਿਰਤੀਆਂ ਜਿਹੜੀਆਂ ਪੂਰੇ ਜੀਵਨ ਤੋਂ ਲਗਾਤਾਰ ਆਪਣੇ ਸੰਗੀਆਂ ਸਾਥੀਆਂ ਨਾਲ ਉਹਨਾਂ ਦੇ ਜੀਵਨ ਨੂੰ ਕਾਤਲ ਵਾਲੀ ਬਿਰਤੀ ਦੇ ਵਿੱਚ ਸਮਾਂ ਗੁਜ਼ਾਰਨ ਲਈ ਮਜਬੂਰ ਕਰ ਰਹੀਆਂ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕੁਝ ਪਲਾਂ ਦੀ ਸੰਗਤ ਨੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਏ ਵਾਹਿਗੁਰੂ ਜੀ ਦੇ ਗੁਣਗਾਨ ਨੇ ਭਾਈ ਸੱਜਣ ਜੀ ਨੂੰ, ਭਾਈ ਸੱਜਣ ਉਹ ਪਹਿਲਾਂ ਵਾਲਾ ਸੱਜਣ ਨਹੀਂ ਰਹਿਣ ਦਿੱਤਾ, ਮਰ ਗਿਆ ਅੰਦਰ ਦਾ ਕਾਤਲ ਬਿਰਤੀ ਵਾਲਾ ਭਾਈ ਸੱਜਣ। ਉਹਦੀ ਜਗ੍ਹਾ ਤੇ ਇੱਕ ਗੁਰਮੁਖ
ਗੁਰੂ ਦੇ ਪਿਆਰ ਵਾਲਾ, ਗੁਰੂ ਦੀ ਮੱਤ ਨੂੰ ਆਪਣੀ ਮੱਤ ਵਿੱਚ ਹਲੂਲ ਕਰਨ ਵਾਲਾ, ਟਿਕਾਉਣ ਵਾਲਾ, ਉਹ ਗੁਰਮੁਖ ਭਾਈ ਸੱਜਣ ਪ੍ਰਗਟ ਹੋ ਗਿਆ। ਕਤਲਗਾਹ ਧਰਮਸ਼ਾਲ ਬਣ ਗਈ। ਸਾਹਿਬ ਕਹਿੰਦੇ ਤੁਹਾਡੇ ਜੀਵਨ ਵਿੱਚ ਵੀ ਇਸ ਤਰ੍ਹਾਂ ਦੀ ਸੁਲੱਖਣੀ ਘੜੀ ਮੈਂ ਦੇਖਣੀ ਚਾਹੁੰਦਾ। ਜੇ ਮੇਰੇ ਨਾਲ ਤੁਸੀਂ ਸਿੱਖ ਤੇ ਗੁਰੂ ਦੇ ਰੂਪ ਵਿੱਚ ਰਿਸ਼ਤਾ ਬਣਾਇਆ, ਇਸ ਰਿਸ਼ਤੇ ਦੇ ਕੁਝ ਮਾਣ ਮੱਤੇ ਨਤੀਜੇ ਜੀਵਨ 'ਚ ਨਿਕਲਣੇ ਚਾਹੀਦੇ ਨੇ। ਜੇ ਨਹੀਂ ਨਿਕਲੇ ਫਿਰ ਕਹਿੰਦੇ ਮਹਾਰਾਜ ਕਾਹਦੇ ਵਾਸਤੇ ਆਏ ਇੱਥੇ, ਆਉਣ ਦਾ ਲਾਭ ਕੀ ਹੋਇਆ। ਦੁਨੀਆ ਲੋਕ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ, ਸੰਸਾਰ ਦੇ ਮੇਲਿਆਂ ਵਿੱਚ, ਰੌਣਕਾਂ ਵਿੱਚ ਘੁੰਮੀ ਫਿਰਦੇ ਨੇ। ਤੁਸੀਂ ਇੱਥੇ ਆ ਕੇ ਰੌਣਕ ਮੇਲੇ ਦੇ ਵਿੱਚ ਘੁੰਮ ਫਿਰ ਲਿਆ, ਕੁਝ ਕਹਿ ਲਿਆ, ਕੁਝ ਸੁਣ ਲਿਆ ਤੇ ਪ੍ਰਸ਼ਾਦ ਲੰਗਰ ਛਕ ਕੇ ਤੁਰ ਗਏ। ਮਨ ਦੇ ਵਿੱਚ ਇੱਕ ਭੁਲੇਖਾ ਪੈ ਗਿਆ ਕਿ ਅਸੀਂ ਸੰਗਤ ਕਰਕੇ ਆਏ ਹਾਂ, ਅਸੀਂ ਗੁਰਦੁਆਰੇ ਜਾ ਕੇ ਆਏ ਹਾਂ, ਗੁਰਦੁਆਰੇ ਅਸੀਂ ਹਾਜ਼ਰੀ ਭਰ ਕੇ ਆਏ। ਉਹ ਭਾਈ ਹਾਜ਼ਰੀ ਕਿਹੜੇ ਭਰੀ? ਤੁਸੀਂ ਭਰੀ ਕਿ ਤੁਹਾਡੇ ਸਰੀਰ ਨੇ ਭਰੀ? ਜਦੋਂ ਸਰੀਰ ਹਾਜ਼ਰੀ ਭਰ ਰਿਹਾ ਸੀ, ਤੁਸੀਂ ਕਿੱਥੇ ਸੀ? ਤੁਹਾਡਾ ਮਨ ਕਿੱਥੇ ਸੀ? ਤੁਹਾਡੀ ਮੱਤ ਕਿੱਥੇ ਸੀ? ਸਤਿਗੁਰੂ ਜੀ ਕਹਿੰਦੇ ਨੇ ਜੇ ਸਰੀਰ ਇੱਥੇ ਹੈ, ਮਨ ਨਹੀਂ ਇੱਥੇ, ਤਾਂ ਦਾਤਾਰ ਜੀ ਕਹਿੰਦੇ ਸੰਗਤ ਨਹੀਂ ਹੋਈ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਜ਼ੂਰ। ਜੇ ਮਨ ਇੱਥੇ ਹਾਜ਼ਰ ਹੈ ਤਾਂ, ਜੇ ਮਨ ਸੁਣ ਰਿਹਾ ਹੈ, ਮਤ ਸੁਣ ਰਹੀ ਹੈ, ਇਹ ਸਰੀਰ ਦੇ ਕੰਨ ਤੇ ਸਾਧਨ ਨੇ, ਜੇਬਾਂ ਤੇ ਸਾਧਨ ਹੈ। ਇਸ ਸਾਧਨ ਨੂੰ ਵਰਤਣਾ ਮਨ ਨੇ ਹੈ, ਮਤ ਨੇ ਹੈ। ਤੇ ਜੇ ਮਨ ਹੀ ਗੈਰ ਹਾਜ਼ਰ ਹੈ, ਕੀ ਵਰਤਿਆ ਗਿਆ ਜੀ? ਕੋਈ ਅਸਰ ਨਹੀਂ। ਔਰ ਇਹੀ ਹੁੰਦਾ ਰਿਹਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਦਾ ਪੁਰਬ ਮਨਾਉਣ ਜਾ ਰਹੇ ਹਾਂ, ਸ਼ਹੀਦੀ ਪੁਰਬ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪੁਰਬ, ਦੋਨੋਂ ਹੀ ਪੁੱਤਰ ਨੇ, ਪਰ ਇੱਕ ਕੁਪੁੱਤਰ ਬਣ ਗਿਆ, ਇੱਕ ਸਪੁੱਤਰ ਬਣ ਗਿਆ। ਪੁੱਤਰਾਂ ਤੋਂ ਬਦਲ ਗਏ ਦੋਨਾਂ ਦੇ ਜੀਵਨ। ਗੁਰੂ ਰਾਮਦਾਸ ਸਾਹਿਬ ਦੀ, ਗੁਰਦੇਵ ਪਿਤਾ ਦੀ ਮਨ ਦੀ ਹਾਜ਼ਰੀ ਦੀ, ਜਗਿਆਸੂ ਬਿਰਤੀ ਵਾਲੀ, ਅੰਦਰ ਦੇ ਪਿਆਰ ਵਾਲੀ ਹਾਜ਼ਰੀ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੁੱਤਰ ਤੋਂ ਸਪੁੱਤਰ ਹੋ ਗਏ। ਤੇ ਭਾਈ ਭੱਟ ਮਥਰਾ ਜੀ ਕਹਿੰਦੇ ਮੈਂ ਤੇ ਮਹਿਸੂਸ ਕੀਤਾ, ਮੈਂ ਤੁਹਾਨੂੰ ਵੀ ਐਲਾਨੀਆਂ ਕਹਿਣਾ, ਤੁਸੀਂ ਵੀ ਇਹ ਦੇਖੋ। ਸੱਚ ਇਹ ਹੈ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪ੍ਰਤੱਖ ਹਰੀ ਰੂਪ ਨੇ। ਹਰੀ ਦਾ ਪ੍ਰਕਾਸ਼ ਹੋ ਗਿਆ ਅੰਦਰ। ਐਵੇਂ ਸਧਾਰਨ ਨਾ ਸਮਝਿਓ, ਮਨੁੱਖਾਂ ਵਾਂਗ ਮਨੁੱਖ ਨਾ ਸਮਝਿਓ, ਮਾਨੁਖ ਕਾ ਕਰ ਰੂਪ ਨਾ ਜਾਣ। ਗੁਰੂ ਕੇਵਲ ਇੱਕ ਮਨੁੱਖ ਦੇ ਰੂਪ ਵਿੱਚ ਵਿਚਰਦਾ ਨਾ ਦੇਖਿਓ। ਇਹ ਤੇ ਪ੍ਰਤੱਖ ਹਰ ਹੈ, ਪਰ ਦੂਜੇ ਪਾਸੇ ਪ੍ਰਿਥੀ ਚੰਦ ਹੈ। ਉਹ ਪੁੱਤਰ ਵੀ ਨਾ ਰਿਹਾ, ਕਪੁੱਤਰ ਹੋ ਗਿਆ। ਸ਼ਰਮਿੰਦਗੀ ਦਿਵਾਉਣ ਵਾਲਾ। ਅੱਜ ਜ਼ਿਕਰ ਕਰ ਰਹੇ ਹਾਂ, 400 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਗੁਰੂ ਅਰਜਨ ਪਾਤਸ਼ਾਹ ਨੂੰ ਅਸੀਂ ਨਮਸਕਾਰ ਕਰਦੇ ਹਾਂ, ਯਾਦ ਕਰ ਰਹੇ ਹਾਂ। ਅੱਜ ਉਹਨਾਂ ਦੀ ਬਖਸ਼ਿਸ਼ ਕੀਤੀ ਬਾਣੀ ਦੀ, ਆਪਣੇ ਸਵਾਸਾਂ ਦੇ ਭਲੇ ਵਾਸਤੇ ਅਸੀਂ ਵਿਚਾਰ ਕਰਨ ਬੈਠੇ ਹਾਂ। ਉਹਨਾਂ ਦੀ ਬਾਣੀ ਦਾ ਕੀਰਤਨ ਹੋਇਆ, ਪਰ ਪ੍ਰਿਥੀ ਚੰਦ ਨੂੰ ਕਿਸ ਰੂਪ ਵਿੱਚ ਯਾਦ ਕੀਤਾ ਜਾ ਰਿਹਾ ਜੀ? ਇੱਕੋ ਹੀ ਗੁਰਦੇਵ ਪਿਤਾ ਦੇ ਘਰ ਵਿੱਚ ਦੋਨਾਂ ਨੇ ਸਰੀਰਕ ਤੌਰ ਤੇ ਜਨਮ ਲਿਆ, ਪਰ ਪ੍ਰਿਥੀ ਚੰਦ ਆਤਮਿਕ ਜੀਵਨ ਨਹੀਂ ਗ੍ਰਹਿਣ ਕਰ ਸਕਿਆ। ਉਹ ਸਤਿਗੁਰ ਕੈ ਜਨਮ ਹੈ ਗਵਨ ਮਿਟਾਇਆ, ਇਹ ਪ੍ਰਿਥੀ ਚੰਦ ਦੇ ਹਿੱਸੇ ਨਹੀਂ ਆ ਸਕਿਆ। ਹਾਲਾਂਕਿ ਸੰਗਤ ਤੇ ਕਰਦਾ, ਪਰ ਗੁਰੂ ਅਰਜਨ ਪਾਤਸ਼ਾਹ ਦੇ ਹਿੱਸੇ ਇਹ ਆ ਗਿਆ, ਕਿਉਂਕਿ ਉਹਨਾਂ ਨੇ ਕੇਵਲ ਸਰੀਰ ਕਰਕੇ ਆਪਣੇ ਗੁਰਦੇਵ ਪਿਤਾ ਦੇ ਦਰਸ਼ਨ ਨਹੀਂ ਕੀਤੇ। ਸਰੀਰ ਕਰਕੇ ਹੀ ਕੇਵਲ ਗੁਰੂ ਸਾਹਿਬ ਨੂੰ ਨਹੀਂ ਸੁਣਿਆ, ਉਹਨੂੰ ਮਨ ਕਰਕੇ, ਸੁਰਤੀ ਕਰਕੇ। ਇਸ ਕਰਕੇ ਉਹਨਾਂ ਲਈ ਇਹ ਦੁਨੀਆ ਦੇ ਸੁੱਖ ਸਾਧਨ ਉਸ ਤਰ੍ਹਾਂ ਦੇ ਨਾ ਰਹੇ ਖਿੱਚ ਪਾਉਣ ਵਾਲੇ ਜਿਵੇਂ ਸਾਨੂੰ ਪਾਉਂਦੇ ਆ, ਜਿਵੇਂ ਪ੍ਰਿਥੀ ਚੰਦ ਨੂੰ ਪਾਉਂਦੇ ਸੀ। ਆ ਗੋਲਕ, ਇਹ ਪੂਜਾ ਮਾਨਤਾ ਬਾਹਰਲੀ ਤੌਰ ਤੇ। ਅੱਜ ਵੀ ਜਦੋਂ ਅਸੀਂ ਇਹਨਾਂ ਦੇ ਨਾਲ ਜੁੜ ਕੇ ਇੱਕ ਦੂਜੇ ਦੀ ਬੇਪਤੀ ਕਰਦੇ ਹਾਂ, ਇੱਕ ਦੂਜੇ ਨੂੰ ਅਸੀਂ ਮੰਦੇ ਤੋਂ ਮੰਦਾ ਲਫ਼ਜ਼ ਗੁਰੂ ਕੇ ਸਿੱਖ ਕਹਾਉਣ ਵਾਲੇ ਬੋਲਦੇ, ਪ੍ਰਿਥੀ ਚੰਦ ਦੀ ਬਿਰਤੀ ਹੈ ਇਹ।
ਪ੍ਰੀਤੀ ਚੰਦ ਗੁਰੂ ਅਰਜਨ ਪਾਤਸ਼ਾਹ ਨੂੰ ਪਛਾੜਨਾ ਚਾਹੁੰਦਾ ਹੈ ਤਾਂ ਕਿ ਇਹ ਸਭ ਕੁਝ ਮੇਰੇ ਕਬਜ਼ੇ ਵਿੱਚ ਆ ਜਾਏ, ਮੈਂ ਮਾਲਕ ਬਣ ਜਾਵਾਂ। ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲੋਂ ਸੰਗਤ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੀ ਉਹ ਖਸਮ ਕੀ ਬਾਣੀ ਜਿਹੜੀ ਹੈ ਉਸ ਨੂੰ ਮੱਤ ਵਿੱਚ, ਸੁਰਤੀ ਵਿੱਚ, ਮਨ ਵਿੱਚ ਦ੍ਰਿੜ ਕਰਨਾ ਨਹੀਂ ਆਇਆ। ਗੁਰੂ ਸਾਹਿਬ ਤੇ ਆਖਦੇ ਰਹੇ ਨੇ ਕਿ ਰੋਜ਼ ਆਪਣੇ ਆਪ ਨਾਲ ਬੈਠ ਕੇ ਇਹ ਗੱਲਾਂ ਕਰਿਆ ਕਰੋ, ਆਪਣੇ ਮਨ ਨਾਲ ਗੱਲਾਂ ਕਰਿਆ ਕਰੋ। ਮਨ ਤੂੰ ਮਤ ਮਾਣ ਕਰੈ ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ, ਨਿਮਾਣਾ ਹੋ, ਨਿਮਾਣਾ ਹੋ। ਪਰ ਪ੍ਰੀਤੀ ਚੰਦ ਨਿਮਾਣਾ ਨਹੀਂ ਹੋ ਸਕਿਆ। ਪਰ ਗੁਰੂ ਅਰਜਨ ਪਾਤਸ਼ਾਹ ਤੇ ਨਿਮਾਣੇਪਣ ਤੋਂ ਸਿਵਾਏ ਗੱਲ ਹੀ ਕੋਈ ਨਹੀਂ ਹੋਰ ਕਰਦੇ। ਉਹਨਾਂ ਨੇ ਤੇ ਆਪਣੇ ਗੁਰਦੇਵ ਪਾਤਸ਼ਾਹ ਕੋਲੋਂ ਇਹ ਸਬਕ ਦ੍ਰਿੜ ਕਰ ਲਿਆ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਗੁਰੂ ਨਾਨਕ ਪਾਤਸ਼ਾਹ ਦਾ ਇਹ ਉਪਦੇਸ਼ ਦ੍ਰਿੜ ਕਰ ਲਿਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇ ਉਹ ਪ੍ਰਤੱਖ ਹਰ ਹੋ ਗਏ। ਇਹ ਸਾਹਿਬ ਕਹਿੰਦੇ ਜੇ ਮੈਂ ਪ੍ਰਤੱਖ ਹਰ ਹੋ ਸਕਦਾ ਤੇ ਤੁਸੀਂ ਵੀ ਤੇ ਹੋ ਸਕਦੇ ਹੋ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਦਾ ਸੱਚ ਤੁਹਾਡੇ ਜੀਵਨ ਕਿਉਂ ਨਹੀਂ ਪ੍ਰਗਟ ਹੋ ਸਕਦਾ? ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤੁਹਾਡੇ ਅੰਦਰ ਵੀ ਉਹੀ ਜੋਤ ਹੈ ਜਿਹੜੀ ਮੇਰੇ ਅੰਦਰ। ਪਰ ਮਹਾਰਾਜ ਕਹਿੰਦੇ ਮੈਂ ਮੁੱਖ ਗੁਰੂ ਵੱਲ ਕਰਕੇ, ਗੁਰੂ ਦੀ ਆਤਮਕ ਸੰਗਤ, ਮਨ ਦੀ ਸੰਗਤ, ਸੁਰਤੀ ਦੀ ਸੰਗਤ ਕਰਕੇ ਇਸ ਦਾ ਪ੍ਰਕਾਸ਼ ਆਪਣੇ ਵਿੱਚ ਕਰ ਲਿਆ। ਤੁਸੀਂ ਅਜੇ ਵੀ ਅਗਿਆਨਤਾ ਦੇ ਹਨੇਰੇ ਵਿੱਚੋਂ ਪ੍ਰਿਥੀ ਚੰਦ ਵਾਂਗ, ਜੇ ਤੁਹਾਨੂੰ ਇਹ ਨਹੀਂ ਕਰਨਾ। ਅੱਜ ਜਿਹੜਾ ਸਤਿਗੁਰੂ ਜੀ ਬਚਨ ਕਰਦੇ ਨੇ ਉਹ ਇਸੇ ਪ੍ਰਥਾ ਹੈ। ਆਸਾੜ ਹਾੜ ਮਹੀਨੇ ਨੂੰ ਆਧਾਰ ਬਣਾ ਕੇ ਤਪਸ਼ ਭਰਿਆ ਹੈ। ਮਹਾਰਾਜ ਕਹਿੰਦੇ ਬਹੁਤ ਗਰਮੀ ਹੈ ਇਹਦੇ ਵਿੱਚ, ਬੇਚੈਨ ਕਰਦੀ ਹੈ ਜੀਵ ਜੰਤੂਆਂ ਨੂੰ, ਪੰਛੀਆਂ ਨੂੰ ਵੀ। ਸਭ ਔੜ ਪੌੜ ਕਰਦੇ ਨੇ ਇਸ ਗਰਮੀ ਤੋਂ ਬਚਣ ਵਾਸਤੇ। ਪਰ ਭਲਿਓ ਇਹਦਾ ਬਾਹਰੀ ਤੌਰ ਤੇ ਇਲਾਜ ਕਰ ਲਓਗੇ, ਅੰਦਰ ਦੀ ਗਰਮੀ ਦਾ ਵੀ ਕਦੀ ਅਹਿਸਾਸ ਕਰੋ ਜਿਹਦੇ ਕਰਕੇ ਤੁਸੀਂ ਬੇਚੈਨ ਅਸ਼ਾਂਤ ਹੋ। ਇਹਨਾਂ ਬਾਹਰਲੇ ਠੰਡਕ ਦੇਣ ਵਾਲੇ ਸੁਖ ਸਾਧਨਾ ਨੇ ਤੁਹਾਡੇ ਅੰਦਰ ਦੀ ਬੇਚੈਨੀ ਨੂੰ ਦੂਰ ਨਹੀਂ ਕਰ ਸਕਣਾ। ਉਹਦੇ ਲਈ ਕੋਈ ਹੋਰ ਔੜ ਪੌੜ ਕਰਨਾ, ਉਹਦੇ ਲਈ ਕੋਈ ਹੋਰ ਯਤਨ, ਕੋਈ ਹੋਰ ਜੁਗਤ ਹੈ। ਅੱਜ ਉਹਦਾ ਜ਼ਿਕਰ ਮਹਾਰਾਜ ਕਰਦਿਆਂ ਕਹਿੰਦੇ ਇਹ ਜਿਹੜਾ ਲੰਘ ਰਿਹਾ ਗਰਮੀ ਦਾ ਸਮਾਂ ਹੁੰਦਾ ਹੈ ਨਾ, ਬਾਹਰੀ ਤੌਰ ਤੇ ਬਾਹਰ ਦਾ ਮੌਸਮ ਇਹ ਸਰੀਰਾਂ ਨੂੰ ਬੇਚੈਨ ਕਰ, ਪਰ ਜਿਹੜਾ ਅੰਦਰ ਦਾ ਗਰਮੀ ਭਰਿਆ ਮੌਸਮ ਹੈ, ਅੰਦਰ ਦੀ ਵਿਕਾਰੀ ਬਿਰਤੀਆਂ ਕਰਕੇ ਬਣੀ ਹੋਈ ਤਪਸ਼ ਭਰੀ ਬੇਚੈਨੀ ਹੈ, ਉਹਦੇ ਲਈ ਕਾਰਨ ਕੀ ਹੈ? ਕੌਣ ਜ਼ਿੰਮੇਵਾਰ ਹੈ? ਉਹਦਾ ਨਹੀਂ ਬੋਧਨਾ। ਮਹਾਰਾਜ ਕਹਿੰਦੇ ਮੈਂ ਦੱਸਦਾ ਤੁਹਾਨੂੰ। ਬਚਨ ਕਰਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਨਾ ਪਾਸ। ਸੱਚ ਇਹ ਹੈ, ਮਹਾਰਾਜ ਕਹਿੰਦੇ ਜੇ ਤੁਹਾਡਾ ਅੰਦਰਲਾ ਬੇਚੈਨ ਹੈ ਨਾ, ਅੰਦਰ ਤੁਹਾਡੇ ਖੁਦਿਆ ਲੱਗੀ ਹੋਈ ਹੈ, ਅੰਦਰੋਂ ਤੁਸੀਂ ਚਿੰਤਾਤੁਰ ਹੋ, ਅੰਦਰੋਂ ਤੁਸੀਂ ਡਰੇ ਹੋਏ ਸਹਿਮੇ, ਤੁਹਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕੀ ਬਣੇਗਾ ਮੇਰੇ ਵਪਾਰ ਦਾ, ਕੀ ਬਣੇਗਾ ਮੇਰੀ ਨੌਕਰੀ ਦਾ, ਕੀ ਬਣੇਗਾ ਮੇਰੇ ਬੱਚਿਆਂ ਦਾ, ਕੀ ਬਣੇਗਾ ਫਲਾਣਾ ਫਲਾਣਾ। ਉਹ ਕੀ ਬਣੇਗਾ ਦੀ ਇੰਨੀ ਲੰਬੀ ਲਿਸਟ ਹੈ ਸਾਡੀ, ਉਹਦੇ ਵਿੱਚੋਂ ਨਿਕਲਣ ਵਾਲੀ ਬੇਚੈਨੀ ਤੋਂ ਅਸੀਂ ਮੁਕਤੀ ਨਹੀਂ ਹੋ ਪਾਉਂਦੇ, ਛੁਟਕਾਰਾ ਹੀ ਨਹੀਂ ਲੈ ਪਾਉਂਦੇ। ਔਰ ਗੁਰਦੇਵ ਕਹਿੰਦੇ ਜਿਸ ਨੂੰ ਆਪਣੇ ਇਹਨਾਂ ਖੁਆਰੀ ਦੇ ਕਾਰਨਾਂ ਦਾ ਹੀ ਪਤਾ ਨਹੀਂ ਲੱਗਿਆ, ਉਹਨੇ ਇਲਾਜ ਕੀ ਕਰਨਾ ਹੈ? ਔਰ ਜੇ ਤੁਹਾਨੂੰ ਇਹ ਇਲਾਜ, ਇਹਦੇ ਕਾਰਨਾਂ ਦਾ ਭੇਦ ਨਹੀਂ ਪਤਾ ਲੱਗੇਗਾ, ਸਾਰੀ ਜ਼ਿੰਦਗੀ ਖੁਆਰੀ ਤੋਂ ਸ਼ੁਰੂ ਹੋ ਕੇ ਖੁਆਰੀ ਤੇ ਮੁੱਕੇਗੀ। ਇਹੀ ਗੱਲ ਅੱਜ ਬਾਣੀ ਦੇ ਵਿੱਚ ਇੱਥੇ ਬਚਨ ਵਿੱਚ ਕਹਿ ਰਹੇ ਨੇ, ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼। ਜ਼ਿੰਦਗੀ ਰੂਪੀ ਰਾਤ ਲੰਘ ਜਾਣੀ ਹੈ। ਜਿੱਦਾਂ ਦੇ ਜੀਵਨ ਦੀ ਬੇਚੈਨੀ ਦੇ ਪਲ ਤੁਹਾਡੇ ਸ਼ੁਰੂ ਹੋਏ, ਉਦਾਂ ਦੇ ਹੀ ਅਖੀਰਲੇ ਸਵਾਸ ਤੱਕ ਚੱਲਦੇ ਰਹਿਣਗੇ। ਆਨੰਦ ਦਾ ਪਲ ਕਦੋਂ ਹੈ? ਮਾਣ ਮੱਤਾ ਸੰਤੁਸ਼ਟੀ ਭਰਿਆ ਪਲ ਕਦੋਂ? ਸੁਲੱਖਣੀਆਂ ਘੜੀਆਂ ਕਦੋਂ ਆਈਆਂ ਤੁਹਾਡੇ ਜੀਵਨ 'ਚ? ਜਦੋਂ ਕਿਤੇ ਸਹਿਜ ਵਿੱਚ, ਕਿਤੇ ਅਡੋਲਤਾ ਵਿੱਚ, ਟਿਕਾਓ ਵਿੱਚ ਤੁਸੀਂ ਆਪਣੇ ਆਪ ਨਾਲ ਸੰਵਾਦ ਰਚਾ ਕੇ
ਆਪਣੇ ਅੰਦਰਲੇ ਜੀਵਨ ਦੇ ਸਿਰਜਣਹਾਰ ਵਾਹਿਗੁਰੂ ਜੀ ਨਾਲ ਗੱਲਾਂ ਬਾਤਾਂ ਕਰਨੀਆਂ ਸਿੱਖੀਆਂ। ਸਾਹਿਬ ਕਹਿੰਦੇ ਜੇ ਤੁਹਾਡੇ ਜੀਵਨ ਦੇ ਰਚਣਹਾਰ ਵਾਹਿਗੁਰੂ ਜੀ ਖਸਮ ਮਾਲਕ ਜਿਹੜੇ ਤੁਹਾਡੀ ਜ਼ਿੰਦਗੀ ਦੇ ਮਾਲਕ ਨੇ, ਕਿਉਂਕਿ ਉਹਨਾਂ ਦੀ ਮਰਜ਼ੀ ਨਾਲ ਜੀਵਨ ਮਿਲਿਆ, ਸਾਡੀ ਮਰਜ਼ੀ ਨਾਲ ਨਹੀਂ, ਸਾਨੂੰ ਨਹੀਂ ਪੁੱਛਿਆ ਗਿਆ ਤੁਸੀਂ ਸੰਸਾਰ ਵਿੱਚ ਆਉਣਾ ਚਾਹੁੰਦੇ ਹੋ, ਕੋਈ ਨਹੀਂ ਆਉਣਾ ਚਾਹੁੰਦੇ, ਇਸਤਰੀ ਬਣ ਕੇ ਆਉਣਾ ਚਾਹੁੰਦੇ ਹੋ ਕਿ ਪੁਰਸ਼ ਰੂਪੀ ਸਰੀਰ ਵਿੱਚ ਆਉਣਾ ਚਾਹੁੰਦੇ, ਕਿਸੇ ਨੇ ਨਹੀਂ ਪੁੱਛਿਆ ਕਿ ਗੋਰੇ ਕਿ ਕਾਲੇ। ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਦੀ ਵਿਚਾਰਿਆ ਕਰੀਏ, ਕਾਲਾ ਰੰਗ ਹੈ ਜਾਂ ਗੋਰਾ ਰੰਗ ਹੈ, ਅੱਖਾਂ ਭੂਰੀਆਂ ਨੀਲੀਆਂ ਚਿੱਟੀਆਂ ਕਾਲੀਆਂ ਨੇ, ਕਿਸ ਤਰ੍ਹਾਂ ਦੀਆਂ ਨੇ, ਨੱਕ ਕਿਸ ਤਰ੍ਹਾਂ ਦਾ ਹੈ, ਕੰਨ ਕਿਸ ਤਰ੍ਹਾਂ ਦੇ ਨੇ, ਬਣਤਰ ਕਿਸ ਤਰ੍ਹਾਂ ਦੀ ਹੈ, ਸਾਡੀ ਮਰਜ਼ੀ ਨਾਲ ਥੋੜ੍ਹਾ ਬਣੀ ਹੈ। ਕੌਣ ਬਦਸੂਰਤ ਹੋ ਕੇ ਜੀ ਇਹ ਸਰੀਰਕ ਤੌਰ 'ਤੇ ਆਉਣਾ ਚਾਹੁੰਦਾ ਹੈ, ਤੇ ਜੇ ਕੁਰੂਪਤਾ ਹੈ ਤੇ ਉਹ ਸਾਡੀ ਮਰਜ਼ੀ ਨਾਲ ਥੋੜ੍ਹਾ ਬਣੀ ਹੈ, ਤੇ ਜੇ ਕਿਸੇ ਨੂੰ ਸੁੰਦਰਤਾ ਮਿਲੀ ਹੈ ਤੇ ਇਹ ਉਹਦੀ ਮਰਜ਼ੀ ਨਾਲ ਥੋੜ੍ਹਾ ਮਿਲੀ ਹੈ। ਮਹਾਰਾਜ ਕਹਿੰਦੇ ਜੇ ਸਾਰਾ ਕੁਝ ਮਿਲ ਗਿਆ ਤੁਹਾਨੂੰ, ਇੱਕ ਕੰਮ ਕਰ ਸਕਦੇ ਹੋ ਤੁਸੀਂ, ਜੋ ਮਿਲਿਆ ਹੈ ਨਾ, ਬਾਹਰਲੇ ਤੌਰ ਤੇ ਕੋਈ ਮੇਕਅਪ ਕਰਦਾ ਹੈ, ਸ਼ਿੰਗਾਰ ਕਰਦਾ ਹੈ, ਕੱਪੜਿਆਂ ਦੇ ਨਾਲ ਹੋਰ ਕਈ ਤਰੀਕਿਆਂ ਨਾਲ ਸਰੀਰ ਨੂੰ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਆਪਣੀ ਕੁਰੂਪਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਸੁੰਦਰਤਾ ਨੂੰ ਉਘਾੜਨ ਦੀ ਕੋਸ਼ਿਸ਼ ਕਰਦਾ ਹੈ। ਕਦੀ ਮਨ ਦੀ ਸੁੰਦਰਤਾ ਵੱਲ ਵੀ, ਮਨ ਦੀ ਕੁਰੂਪਤਾ ਵੱਲ ਵੀ ਧਿਆਨ ਦੇ ਲਿਆ ਕਰੋ। ਮਤ ਮੈਲੀ ਹੋ ਗਈ, ਮਤ ਵਿੱਚ ਵਿਕਾਰਾਂ ਨੇ ਐਸਾ ਕੜਮੱਸ ਪਾਇਆ, ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ। ਅੰਦਰ ਤੁਹਾਡੇ ਬਾਣੀ ਵਿੱਚ ਮਹਾਰਾਜ ਨੇ ਇਹਨੂੰ ਅੱਗ ਦੀਆਂ ਨਦੀਆਂ ਨਾਲ ਤੁਲਨਾ ਦਿੱਤੀ ਹੈ। ਕਿੱਥੇ ਰਹਿ ਰਹੇ ਹੋ ਮਹਾਰਾਜ ਕਹਿੰਦੇ ਤੁਸੀਂ, ਤੁਹਾਡੀ ਮਤ, ਤੁਹਾਡਾ ਮਨ ਕਿੱਥੇ ਰਹਿ ਰਿਹਾ ਹੈ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ। ਮਹਾਰਾਜ ਕਹਿੰਦੇ ਨਿਰਦੈਤਾ ਦੇ ਨਾਲ, ਨਿਰਦੈਤਾ ਵਾਲੀ ਬਿਰਤੀ, ਕਰੂਰਤਾ ਦੀ ਬਿਰਤੀ, ਦੂਜਿਆਂ ਨੂੰ ਕਬੂਲ ਬੋਲ ਕੇ, ਦੂਜਿਆਂ ਨੂੰ ਤੰਗ ਕਰਕੇ, ਦੂਜਿਆਂ ਨੂੰ ਚੋਭਾਂ ਲਾ ਕੇ ਤੁਹਾਨੂੰ ਬੜਾ ਮਜ਼ਾ ਆਉਂਦਾ। ਫਿੱਕੇ ਬੋਲ ਬੋਲ ਕੇ ਦੂਜਿਆਂ ਨੂੰ ਬੇਚੈਨ ਕਰਨਾ ਤੁਹਾਨੂੰ ਚੰਗਾ ਲੱਗਦਾ। ਦੇਖਿਆ ਨਾ, ਉਹਨੇ ਇੱਕ ਸੁਣਾਈ ਸੀ, ਮੈਂ ਅੱਗੋਂ ਕਿੰਨੀਆਂ 10 ਸੁਣਾਤੀਆਂ, ਗੋਡਿਆਂ ਗਿੱਟਿਆਂ ਤੇ ਮਾਰੀਆਂ। ਗੁਰੂ ਸਾਹਿਬ ਕਹਿੰਦੇ ਵੇ ਮਿੱਠੇ ਹਰ ਗੁਣ ਗਾਓ ਸਖੀ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਅਰੇ ਕਹਿੰਦੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਛੱਡ ਦੇ ਇਹ ਫਿੱਕਾਪਣ। ਪਰ ਨਹੀਂ ਛੁੱਟਦਾ ਸਾਡੇ ਕੋਲੋਂ। ਘਰ ਦੇ ਵਿੱਚ, ਪਰਿਵਾਰਾਂ ਦੇ ਵਿੱਚ ਇੱਕ ਦੂਜੇ ਨਾਲ ਫਿੱਕਾ ਬੋਲਣ ਦੀ ਐਸੀ ਆਦਤ ਪੱਕਦੀ ਹੈ ਸਾਡੀ। ਬੱਚੇ, ਬੁੱਢੇ, ਜਵਾਨ, ਇਸਤਰੀਆਂ, ਪੁਰਸ਼, ਭਾਵੇਂ ਕੋਈ ਸੱਸ ਹੈ, ਭਾਵੇਂ ਕੋਈ ਨੂੰਹ ਹੈ, ਭਾਵੇਂ ਕੋਈ ਪਤਨੀ ਹੈ, ਭਾਵੇਂ ਕੋਈ ਪਤੀ ਹੈ, ਭਰਾ ਮਾਤਾ, ਸਭ ਉਲਝੇ ਪਏ ਨੇ ਇਹ ਫਿੱਕੇ ਬੋਲਾਂ ਦੇ ਵਿੱਚ। ਗੱਲ ਕਰਕੇ ਜਾਣਾ ਕਿੱਥੇ ਹੈ ਕਿਸੇ ਨੇ? ਤੇ ਇਹੀ ਬਿਰਤੀ ਮਹਾਰਾਜ ਕਹਿੰਦੇ ਅਖੀਰ ਤੱਕ ਤੁਹਾਡੇ ਅੰਦਰ ਚੱਲੀ ਜਾਂਦੀ ਹੈ। ਬਾਹਰ ਹੈ, ਤੁਸੀਂ ਸੰਸਾਰ 'ਚ ਵਿਚਰਦੇ ਹੋ ਤਾਂ ਵੀ ਇਹੀ ਬਿਰਤੀ ਹਾਵੀ ਹੈ, ਤੁਹਾਡੇ ਘਰ ਵਿੱਚ ਹੈ ਤਾਂ ਵੀ ਇਹੀ ਬਿਰਤੀ ਹੈ। ਤੇ ਫਿਰ ਇੱਕ ਦੂਜੇ ਨਾਲ ਇਸ ਤਰ੍ਹਾਂ ਦੀ ਬਿਰਤੀ ਵਿੱਚੋਂ ਤੁਸੀਂ ਖੁਆਰ ਨਹੀਂ ਹੋਵੋਗੇ ਤੇ ਮਹਾਰਾਜ ਕਹਿੰਦੇ ਹੋਰ ਕੀ ਹੋਏਗਾ? ਆਨੰਦ ਤੇ ਕਿਸੇ ਹੋਰ ਬਿਰਤੀ ਵਿੱਚ ਹੈ। ਤੇ ਉਹ ਬਿਰਤੀ ਮਹਾਰਾਜ ਕਹਿੰਦੇ ਤਾਂ ਬਣਨੀ ਹੈ ਜੇ ਉਹ ਮਿੱਠ ਬੋਲੜਾ ਸੱਜਣ ਉਹ ਤੁਹਾਡੇ ਨਾਲ ਨਾਲ ਹੈ। ਮਿੱਠ ਬੋਲੜੇ ਸੱਜਣ ਦੀ ਸੰਗਤ, ਉਹਦੀ ਨਿਕਟਤਾ, ਉੱਥੇ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੀ ਨਿਕਟਤਾ ਵਿੱਚ ਆਪਣੇ ਆਪ ਨੂੰ, ਆਪਣੇ ਮਨ ਨੂੰ, ਆਪਣੀ ਮਤ ਨੂੰ ਹਾਜ਼ਰ ਰੱਖੋਗੇ ਨਾ, ਉਹਦੀ ਨਿਕਟਤਾ ਮਹਾਰਾਜ ਕਹਿੰਦੇ ਬਿਸਮਾਦੀ ਨਤੀਜੇ ਤੁਹਾਡੇ ਅੰਦਰ ਲੈ ਕੇ ਆਏਗੀ। ਸਾਹਿਬ ਕਹਿੰਦੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜੇ ਵਾਹਿਗੁਰੂ ਜੀ ਨੂੰ ਕੋਈ ਆਪਣੇ ਨਿਕਟ ਮਹਿਸੂਸ ਕਰੇਗਾ, ਅੰਗ ਸੰਗ ਮਹਿਸੂਸ ਕਰੇਗਾ, ਸਾਹਿਬ ਜੀ ਕਹਿੰਦੇ ਉਹਦੇ ਕੋਲੋਂ ਬੁਰਾ ਹੋ ਹੀ ਨਹੀਂ ਸਕਦਾ। ਭਾਵੇਂ ਉਹ ਜ਼ਬਾਨ ਕਰਕੇ ਹੈ, ਭਾਵੇਂ ਉਹ ਦੇਖਣ ਕਰਕੇ ਹੈ, ਭਾਵੇਂ ਉਹ ਕਰਮਾਂ ਕਰਕੇ ਹੈ, ਵਰਤੋਂ ਵਿਹਾਰ ਕਰਕੇ ਹੈ, ਉਹਦੇ ਕੋਲੋਂ ਬੁਰਾ ਨਹੀਂ ਹੋ ਸਕਦਾ। ਭਾਈ ਸੱਜਣ ਜੀ ਕਰਦੇ ਰਹੇ ਜਿੰਨਾ ਚਿਰ ਕਰਦੇ ਰਹੇ, ਭਾਈ ਭੂਮੀਆਂ ਜੀ ਕਰਦੇ ਰਹੇ ਚੋਰੀ ਵਾਲੇ ਕੰਮ ਜਿੰਨਾ ਚਿਰ ਤੱਕ ਗੁਰੂ ਦੀ ਸੰਗਤ ਨਹੀਂ ਮਿਲੀ। ਜਿੱਦਣ ਗੁਰੂ ਦੀ ਸੰਗਤ ਸੱਚੀ ਮੁੱਚੀ ਮਨ ਕਰਕੇ, ਮਤ ਕਰਕੇ ਉਹਨਾਂ ਨੇ ਹੰਢਾ ਲਈ, ਸਭ ਕੁਝ ਬਦਲ ਗਿਆ। ਭਾਈ ਭੂਮੀਆਂ ਜੀ ਚੋਰ ਨਹੀਂ ਰਹੇ, ਜਿਨ੍ਹਾਂ ਨੂੰ ਲੁੱਟਦੇ ਸੀ, ਜਿਨ੍ਹਾਂ ਦੇ
ਮਾਲ ਅਸਬਾਬ ਦੇ ਉੱਤੇ ਧਿਆਨ ਰਹਿੰਦਾ ਸੀ, ਉਹ ਧਿਆਨ ਹੀ ਹਟ ਗਿਆ ਉਧਰ ਜਾਣਾ। ਮਜਬੂਰੀ ਹੋ ਗਈ, ਹੁਣ ਆਪਸ਼ਨ ਨਹੀਂ ਹੈ ਕੋਈ ਉਹਨਾਂ ਕੋਲ, ਇਹ ਦੂਸਰਾ ਸਾਧਨ ਹੀ ਨਹੀਂ ਰਿਹਾ, ਸੋਚ ਹੀ ਨਹੀਂ ਜਾ ਰਹੀ। ਹਰ ਵੇਲੇ ਗੁਰੂ ਦੇ ਸ਼ਬਦ ਦਾ ਚੇਤਾ ਜਿਹੜਾ ਹੈ ਨਾ, ਗੁਰੂ ਦੇ ਸ਼ਬਦ ਦਾ ਕੁੰਡਾ ਮਨ ਤੇ ਵੀ ਹੈ ਤੇ ਮਤ ਤੇ ਵੀ ਹੈ। ਨਹੀਂ ਤੇ ਮਹਾਰਾਜ ਕਹਿੰਦੇ ਜੇ ਸੰਗਤ ਦੀ, ਗੁਰੂ ਦੀ ਨਿਕਟਤਾ, ਵਾਹਿਗੁਰੂ ਜੀ ਦੀ ਨਿਕਟਤਾ ਨਹੀਂ ਹੈ ਤੇ ਫਿਰ ਨਦੀਆਂ ਦੇ, ਅੱਗ ਦੀਆਂ ਨਦੀਆਂ ਵਿੱਚ ਲਾਈ ਜਾਓ ਗੋਤੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਤੇ ਮਹਾਰਾਜ ਕਹਿੰਦੇ ਜੇ ਐਸ ਸਤਸੰਗ ਦੇ ਦਰਿਆ ਵਿੱਚ ਚੁੱਭੀਆਂ ਨਹੀਂ ਲਾਓਗੇ ਤੇ ਫਿਰ ਉੱਥੇ ਲਾਓਗੇ ਭਾਵੇਂ। ਫਿਰ ਉਹ ਹੰਕਾਰ ਦੀਆਂ, ਕਰੂਰਤਾ ਦੀਆਂ, ਈਰਖਾ ਦੀਆਂ, ਲੋਭ ਪਕੜ ਦੀਆਂ, ਇਹ ਮੈਂ ਵੀ ਮੈਨੂੰ ਮਿਲ ਜਾਏ, ਇਹ ਮੈਨੂੰ ਮਿਲ ਜਾਏ, ਇਹ ਪਦਵੀ ਉਹਦੇ ਕੋਲ ਨਹੀਂ ਮੇਰੇ ਕੋਲ ਚਾਹੀਦੀ ਹੈ, ਇਹ ਮਾਣ ਤਾਣ ਉਹਦੇ ਕੋਲ ਨਹੀਂ ਮੇਰੇ ਕੋਲ ਚਾਹੀਦਾ, ਇਹ ਸੁਖ ਸਾਧਨ ਉਹਦੇ ਕੋਲ ਇੰਨੇ ਕਿੱਦਾਂ ਚਲੇ ਗਏ, ਮੇਰੇ ਕੋਲ ਹੋਣੇ ਚਾਹੀਦੇ ਹੈ। ਸਾਹਿਬ ਕਹਿੰਦੇ ਲੋਭ ਤੇ ਫਿਰ ਕੋਪ, ਕ੍ਰੋਧ ਦੇ ਵਿੱਚ 24 ਘੰਟੇ ਭਾਵੇਂ। ਤੇ ਮਹਾਰਾਜ ਕਹਿੰਦੇ ਅੱਗ ਦੇ ਨੇੜੇ ਜਾਓਗੇ ਤੇ ਫਿਰ ਸੇਕ ਤੇ ਲੱਗਣਾ ਹੀ ਹੈ ਨਾ। ਇਹ ਸੂਰਜ ਦੀ ਗਰਮੀ ਕਰਕੇ ਹੀ ਇੰਨੇ ਬੇਚੈਨ ਹੋ ਰਹੇ ਹੋ, ਤੇ ਮਹਾਰਾਜ ਕਹਿੰਦੇ ਇਹ ਵਿਕਾਰਾਂ ਦੀ ਅੱਗ ਤੋਂ ਕਿਵੇਂ ਬਚੋਗੇ, ਭਾਵੇਂ ਦੱਜੈਂ। ਫਿਰ ਮਹਾਰਾਜ ਕਹਿੰਦੇ ਕ੍ਰਿਜ ਕ੍ਰਿਜ ਕੇ ਤੁਹਾਡਾ ਸਮਾਂ ਗੁਜ਼ਰ ਰਿਹਾ ਹੈ, ਸਾਰਾ ਸੰਸਾਰ ਮਹਾਰਾਜ ਕਹਿੰਦੇ ਇਹਨਾਂ ਅੱਗ ਦੀਆਂ ਨਦੀਆਂ ਦੀ ਲਪੇਟ ਵਿੱਚ ਆ ਕੇ ਖੁਆਰ ਹੋ ਰਿਹਾ ਹੈ, ਦੁਖੀ ਹੋ ਰਿਹਾ ਹੈ, ਹਾਹਾਕਾਰ ਮਚੀ ਪਈ ਹੈ ਸਾਰੇ ਪਾਸੇ। ਸ਼ਾਂਤੀ ਚਾਹੁੰਦੇ ਨੇ, ਸ਼ਾਂਤੀ ਲੱਭਦੀ ਨਹੀਂ ਪਈ। ਮਹਾਰਾਜ ਕਹਿੰਦੇ ਕਾਰਨ ਇਹ ਹੈ, ਆਸ਼ਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਨਾ ਪਾਸ। ਉਹ ਅਨੰਤ ਗੁਣਾ ਵਾਲਾ ਮਾਲਕ ਕਰਤਾ ਪੁਰਖ ਵਾਹਿਗੁਰੂ ਜੀ ਦੀ ਨਿਕਟਤਾ ਦਾ, ਸੰਗਤ ਦਾ ਅਹਿਸਾਸ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਪਸ਼ ਹੈ ਵਿਕਾਰਾਂ ਦੀ। ਮਨ ਨੇ ਕਿਤੇ ਨਾ ਕਿਤੇ ਤੇ ਖੜਨਾ ਹੈ, ਮਤ ਨੇ ਕਿਸੇ ਨਾ ਕਿਸੇ ਤੇ ਪਾਸੇ ਜਾਣਾ ਹੈ। ਔਰ ਜਿੱਦਾਂ ਦਾ ਆਪਣਾ ਬਣਾ ਲਓਗੇ ਅੰਦਰ ਦਾ ਸੁਭਾਅ, ਮਨ ਦਾ, ਮਤ ਦਾ, ਮਹਾਰਾਜ ਕਹਿੰਦੇ ਉੱਦਾਂ ਦਾ ਹੀ ਤੁਹਾਨੂੰ ਸਾਰੇ ਪਾਸਿਓਂ ਵਾਤਾਵਰਣ ਮਿਲਦਾ ਜਾਣਾ ਹੈ। ਇਹ ਵੀ ਅਜੀਬੋ ਗਰੀਬ ਸੱਚ ਹੈ ਇਸ ਕੁਦਰਤ ਦੇ ਵਰਤਾਰੇ ਦਾ। ਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਪ੍ਰਮਾਣ ਦੇ ਕੇ ਇਹ ਕਹਿੰਦੇ ਹੈ। ਇੱਥੇ ਬੈਠੇ ਹੋ ਨਾ ਤੇ ਮਤ ਸਮਝਿਆ ਕਰੋ ਕਿ ਇਹ ਐਵੇਂ ਹੀ ਹੋ ਗਿਆ, ਇਹ ਕਿਤੇ ਨਾ ਕਿਤੇ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ, ਕਿਤੇ ਨਾ ਕਿਤੇ ਥੋੜ੍ਹੀ ਬਹੁਤ ਭੁੱਖ ਜਾਗੀ, ਕਿਤੇ ਨਾ ਕਿਤੇ ਤੁਹਾਡੇ ਮਨ ਨੇ ਤੁਹਾਨੂੰ ਇਸ ਪਾਸੇ ਵੱਲ ਪ੍ਰੇਰਿਤ ਕੀਤਾ, ਉੱਠ ਮਨਾ ਚੱਲੀਏ, ਚੱਲੀਏ। ਮਤਾਂ ਉੱਥੇ ਹੀ ਕਿਤੇ ਸ਼ਾਂਤੀ ਲੱਭ ਜਾਏ, ਮਤਾਂ ਉੱਥੇ ਹੀ ਕੋਈ ਗੱਲ ਕਿਣਕਾ ਮਾਤਰ ਸਮਝ ਆ ਜਾਏ, ਕਿਉਂ ਮੈਂ ਖੁਆਰ ਹਾਂ, ਕਿਉਂ ਮੈਂ ਬੇਚੈਨ ਹਾਂ, ਕਿਉਂ ਦੁਖੀ ਹਾਂ। ਭਾਈ ਸਾਹਿਬ ਨੂੰ ਪੁੱਛੀਏ ਜਾ ਕੇ, ਕੋਈ ਸ਼ਬਦ ਦੇ ਦਿਓ, ਭਾਈ ਸਾਹਿਬ ਕੋਈ ਸਾਨੂੰ ਇਹੋ ਜਿਹੀ ਤੁਕ ਦੇ ਦਿਓ, ਕੋਈ ਢੰਗ ਦੱਸ ਦਿਓ, ਸਾਡੇ ਲਈ ਅਰਦਾਸ ਕਰ ਦਿਓ। ਇੱਥੇ ਇਹੀ ਲੱਭਣਾ ਆਉਂਦੇ ਆ ਨਾ, ਇਹੀ ਬਿਰਤੀਆਂ ਲੈ ਕੇ ਆਉਂਦੇ ਹਨ। ਮਹਾਰਾਜ ਕਹਿੰਦੇ ਤੁਸੀਂ ਇੱਧਰ ਆ ਗਏ, ਨਸ਼ੇੜੀ ਜਿਹੜੇ ਉਹ ਨਸ਼ਿਆਂ ਵਾਲੇ ਪਾਸੇ, ਠੇਕਿਆਂ ਵਾਲੇ ਪਾਸੇ ਚਲੇ ਗਏ, ਜੁਆਰੀਏ ਉੱਧਰ ਚਲੇ ਗਏ। ਸਾਹਿਬ ਕਹਿੰਦੇ ਇੱਦਾਂ ਹੀ ਹੁੰਦਾ ਹੈ, ਸੁਭਾਵਾਂ ਵਾਲੇ ਬੰਦੇ ਆਪਣੇ ਆਪਣੇ ਸੁਭਾਵਾਂ ਵਾਲੇ ਲੱਭ ਲੈਂਦੇ ਨੇ, ਮਿਲ ਜਾਂਦੇ ਨੇ ਉਸ ਤਰ੍ਹਾਂ ਦੇ ਸੰਗ ਸਾਥ। ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ, ਤੁਰਦੇ ਕੋ ਤੁਰਦਾ ਮਿਲੈ, ਉੱਡਤੇ ਕੋ ਉੱਡਤਾ। ਪੰਛੀ ਉੱਡਦੇ ਨੇ, ਉਹ ਤੁਰਦਿਆਂ ਨਾਲ, ਇਸ ਧਰਤੀ ਤੇ ਰੀਂਗਣ ਵਾਲਿਆਂ ਨਾਲ, ਧਰਤੀ ਤੋਂ ਤੁਰਨ ਵਾਲਿਆਂ ਨਾਲ ਨਹੀਂ ਸੰਗ ਕਰਦੇ। ਉਹ ਤੇ ਜਿਹੜੇ ਉੱਡਦੇ ਆ ਨਾ ਉਹਨਾਂ ਨਾਲ ਹੀ ਸੰਗ ਸਾਥ ਕਰਦੇ, ਤੇ ਜਿਹੜੇ ਧਰਤੀ ਤੇ ਤੁਰਦੇ ਪਏ ਨੇ ਜੀਵ ਜੰਤੂ, ਉਹ ਉੱਡਦਿਆਂ ਨਾਲ ਨਹੀਂ ਸੰਗ ਸਾਥ ਕਰਦੇ। ਤੁਰਦੇ ਕੋ ਤੁਰਦਾ ਮਿਲੈ, ਉੱਡਦੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ। ਜ਼ਿੰਦਾ ਦਿਲ ਮਨੁੱਖ, ਉੱਚੀ ਸੋਚ ਵਾਲੇ ਮਨੁੱਖ ਆਪਣੇ ਵਰਗੇ ਉੱਚੀ ਸੋਚ ਵਾਲੇ ਲੱਭ ਲੈਂਦੇ ਨੇ, ਮਿਲ ਜਾਂਦੇ ਨੇ, ਤੇ ਵਿਕਾਰੀ ਬਿਰਤੀਆਂ ਵਾਲੇ ਉੱਧਰ ਚਲੇ ਜਾਂਦੇ ਨੇ, ਉਹਨਾਂ ਨੂੰ ਉੱਥੇ ਮਿਲ ਜਾਂਦੀ ਹੈ ਸੰਤ। ਪਰ ਮਹਾਰਾਜ ਕਹਿੰਦੇ ਆਨੰਦ ਦੀ ਤਲਾਸ਼ ਰੱਖਣ ਵਾਲਿਓ, ਜਿਹੜੇ ਆਨੰਦ ਦੇ ਅਭਿਲਾਖੀ ਨੇ, ਉਹਨਾਂ ਨਾਲ ਬੈਠੋ ਤੇ ਆਨੰਦ ਦੇ ਦਾਤੇ ਨਾਲ ਮਿਲ ਬੈਠਣਾ ਸਿੱਖੋ। ਨਾਨਕ 100 ਸਾਲ ਆਹੀ ਹੈ। ਜੇ ਤੁਸੀਂ ਆਨੰਦ ਲੱਭਣਾ ਚਾਹੁੰਦੇ ਹੋ ਤੇ ਉਹਨੂੰ ਸਲਾਹੋ ਜਿਹੜਾ ਆਨੰਦ ਦਾ ਦਾਤਾ ਹੈ, ਉਹਦੀ ਸੰਗਤ ਕਰੋ। ਪਰ ਸੰਗਤ ਸਰੀਰਾਂ ਤੱਕ ਨਾ ਸੀਮਤ ਰੱਖਿਓ, ਮਨ ਸ਼ਾਮਲ ਕਰੋ ਇਹਦੇ ਵਿੱਚ। ਜਾਂ ਮਨ ਰਹਿ ਹਜ਼ੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਜ਼ੂਰ। ਮਨ ਇੱਥੇ ਲੈ ਕੇ ਆਓ, ਭਾਈ ਸੱਜਣ ਵਾਂਗ ਮਨ ਹਵਾਲੇ ਕਰੋ, ਭਾਈ ਭੂਮੀਆਂ ਜੀ ਵਾਂਗ ਗੁਰੂ ਨਾਲ
वचन करो सच्चे पातशाह, जो आखोगे मैं वो मनांगा। चोरी तो नहीं मेरे को छड्डी जानी, चोरी की आदत तो बहुत पक गई है, नहीं छड्डी जानी। मैं एवें झूठ नहीं बोलना तुहाडे कोल, पर मैं आनंद लैना चाहुंदा ते वो आनंद तुहाडे कोल है। तो महाराज कहते फिर जे इस भरोसे नाल आया कि मेरे कोल मिलेगा आनंद, तो फिर मेरियां गल्लां चेते विच रखी। उन्होंने वचन कर लिया कि हाँ जी रहेगा चेते, तो नहीं भुलियां। असीं इत्थों उठ के बाहर भाई साहब जी हुणे हुक्मनामे अनुसार चलण दी बल बुद्धि बख्शो, ते बाहर जाके भुल गए कि अज हुक्मनामा आप मंग के लिया सी गुरु साहब कोलों बेनती करके। ते की किया सी गुरु साहब ने, वो नहीं चेता। 20 साल पुरानियां गल्लां ते चेते विच ने। दुनिया विच फलाने ने यह कीता सी, फलाने ने मेरे नाल यह कीता सी, यह कीता सी, वो ते चेते विच है। अज गुरु की संगत विच कुछ पल बिताए हुए गुरु ने की आखिया सी, वो नहीं चेते। बस महाराज कहते इत्थे गड़बड़ हो रही है। यही तुहाडी गैर हाज़री मन करके जिहड़ी इत्थे सी मत करके, ਉਹਦਾ ਇਹ ਪ੍ਰਭਾਵ ਹੈ ਕਿ ਤੁਸੀਂ ਆਪਣੇ ਅੰਦਰ ਦੀ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਦੀ ਖੜੋਤ ਨੂੰ ਤੋੜ ਨਹੀਂ ਪਾਉਂਦੇ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿਨ੍ਹਾਂ ਪਾਸ, ਨਾਹ ਮਤਲਬ ਖਸਮ ਮਾਲਕ, ਜਿਨ੍ਹਾਂ ਕੋਲ ਵਾਹਿਗੁਰੂ ਸਿਰਜਣਹਾਰ ਰੂਪੀ ਮਾਲਕ ਨਹੀਂ ਹੈ, ਨਿਕਟਤਾ ਨਹੀਂ ਹੈ। ਕਈ ਜਾਈਏ ਅਸੀਂ ਸਦਾ ਅੰਗ ਸੰਗੇ ਅਬੰਗ ਅੰਗ ਭਭੂਤੇ, ਕਈ ਜਾਈਏ ਗੁਰ ਮੇਰੇ ਸੰਗ ਸਦਾ ਹੈ ਨਾਲੇ, ਕੋਈ ਫਰਕ ਨਹੀਂ ਪੈਂਦਾ। कदी संग महसूस करिए फिर फर्क पेगा। ये संग ही महसूस किया सी उन्हां प्यो पुत्रा ने, गुरमुख प्यारे लकड़ां वड्डदियां ने महसूस किया। अत दी इसे असाड़ दी गर्मी विच अपने नाल पानी दी मशक लैके गए, दरख्त ते टंगिया। लकड़ां कट्टण वेले प्यास लगी ते पानी दे लई मशक कोल आए, उत्थे ठंडा पानी देखिया, हवा दे बुल्लियां नाल मशक विच पानी ठंडा ठहर होया ते पानी पीण लगिया। गुरु चेते विच आया। अज धन गुरु हरगोबिंद पातशाह किते साडी बेनती सुन के आ ठंडा पानी, प्यास ते आप नूं लगी सी, पर अंदर दी प्यास विच गुरु है, मत विच गुरु है, मन विच गुरु चेते है, याद विच ते आया। अज जे सतगुरु गुरु हरगोबिंद साहब आके साडे कोलों पानी पी लैण ते सफले हो जाण, पर तार जुड़ गई। ते इतिहास कहंदा आराम दे समय विच गुरु हरगोबिंद साहब उठे ने ते सिखां नूं आख्या घोड़ा छेती तैयार करो, तेज़ घोड़ा मैं जाना। ते पहुँच गए ते पानी पी के प्यार दे बचे है। ये प्यार दा संग है। हर नाह ना जिन्हां पास, जे नाह पास है तो महाराज कहते तपश नहीं विकारां दी तंग करेगी। तुहाडे अंदरों अपने आप ये बचन उठणगे, नस वंजो किल विखो करता घर आया, दूतैं दहन पया गोबिंद प्रगटाया। साहब जी कहते जग जीवन पुरख त्याग कै मानस संधि आस। जदों अपनियां अंदर दियां खुशियां वास्ते तुसीं दुनिया दी आस रखदे फिरदे हो, दुनिया तुहाडे लई सुख साधन ते उपलब्ध करवा देगी, तुहाडे क्रोध नूं दूर करन विच सहाई नहीं होएगी, तुहाडा हंकार नहीं घटा सकेगी, तुहाडे अंदर दी ईर्खा ये मनुख दुनिया दे नहीं घटा सकणगे। वो ते आप इहदे दे शिकार ने। तुहाडे अंदर दी ईर्खा की घटाउणी, हो ते आप ईर्खा दे मारे पए ने, क्रोध दे मारे पए। असीं दुनिया वल देख देख के जीवांगे, नहीं खेड़ बनेगी, खड़ोत नहीं टुटेगी। महाराज कहंदे जग जीवन पुरख त्याग के, जगत दा जीवन सानू भी जीवन देण वाला ते अनंत बख्शिशां करन वाला वाहिगुरू, जे ओदे वल पिठ करके, ओदा त्याग करके, ओदी याद भुला के दुनिया विचों सुख लभोगे। महाराज कहंदे दोया भाए बेगुची है गल पई जम की फास। ये दूजा भाव जिहड़ा वाहिगुरू दे प्यार दी बजाए संसार दा, जिहड़ा संसार दे पदार्थां सुख साधना दा जिहड़ा प्यार लगाओ है ना, महाराज कहंदे ये विकारां रूपी जमां ते दुखां दे फाही विच तुहानूं पा के रखेगा। जिहा बीजै सो लुणै मत्थै जो लिखिया सी। याद रखियो तुहाडे दुखां दी, तुहाडी बेचैनी दी जिम्मेवारी कदी किसी होर ने नहीं जे चुकनी। दुखी हो ते तुहाडे दुखां दा तुसीं जिन्ना मर्जी दूजे ते इल्जाम लाई जाओ, किसी नूं कोई परवाह नहीं तुहाडे इल्जामां दी। तुहानूं ये जिम्मेवारी आप ही चुकनी पएगी कि नहीं, जो मैं किया सो मैं पाया, दोष ना दीजै अवर जना। मैनू ही किते अपनी मत नूं गुरु दी मत नाल जोड़ के इन्हां विकारी बिरतियां दे प्रभाव तों मुक्त करना नहीं आया। मैं अपनी अज्ञानता नूं, अपनी अयाणप नूं सियाणप दे विच बदलण दी गुरु कोलों जुगत नहीं दृढ़ कीती। गुरु ते इस पक्षों समर्थ है। मेरे राम हम
ਬਾਰਕ ਹਰ ਪ੍ਰਭ ਕੇ ਹੈ ਇਹ ਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਇੱਥੇ ਤੇ ਸਿਆਣੇ ਬਣਾਉਂਦੇ ਐ। ਕਿੱਥੇ ਕਿੱਥੇ ਸਾਡੇ ਕੋਲੋਂ ਨਾ ਸਮਝੀਆਂ ਹੋ ਰਹੀਆਂ ਨੇ, ਕਿੱਥੇ ਕਿੱਥੇ ਅਸੀਂ ਆਪਣੇ ਲਈ ਇਹ ਔਕੜਾਂ ਖੁਆਰੀ ਪੈਦਾ ਕਰਦੇ ਹਾਂ। ਉਹ ਇੱਕ ਇੱਕ ਕਰਕੇ ਗੱਲ ਗੁਰੂ ਸਾਹਿਬ ਇੱਥੇ ਬੈਠ ਕੇ ਸਮਝਾਉਂਦੇ ਨੇ। ਪਰ ਸਮਝਣ ਵਾਲੀ ਹਾਜ਼ਰੀ, ਸਮਝਣ ਵਾਲੀ ਸਾਵਧਾਨਤਾ, ਸਮਝਣ ਵਾਲਾ ਲਗਾਓ ਤੇ ਸਾਡੇ ਕੋਲ ਹੋਵੇ ਨਾ। ਦਾਤਾਰ ਜੀ ਕਹਿੰਦੇ ਜਿਹਾ ਬੀਜੈ ਸੋ ਲਾਉਣਾ। ਜਿੱਦਾਂ ਦਾ ਬੀਜੋਗੇ, ਜਿੱਦਾਂ ਦੀ ਖੇਤੀ ਤਿਆਰ ਕਰੋਗੇ, ਇਹ ਨਹੀਂ ਹੋ ਸਕਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਇਹ ਬਿਜੌਰੀ ਦਾਖਾਂ ਇੱਦਾਂ ਨਹੀਂ ਮਿਲਦੀਆਂ ਹੁੰਦੀਆਂ। ਕਿੱਕਰ ਦੇ ਬੀਜ ਬੀਜ ਕੇ ਕੰਡਿਆਂ ਵਾਲੇ ਦਰਖਤ ਹੀ ਉਗਣੇ ਨੇ। ਬਿਜੌਰੀ ਦਾਖਾਂ ਆਨੰਦਮਈ ਫਲ ਚੱਖਣੇ ਹੋਣ ਤੇ ਬੀਜ ਵੀ ਉੱਦਾਂ ਦਾ ਬੀਜਣਾ ਪਵੇਗਾ। ਇਹ ਸਤ ਸੰਗਤ ਵਿੱਚੋਂ ਮਹਾਰਾਜ ਕਹਿੰਦੇ ਉਸ ਤਰ੍ਹਾਂ ਦਾ ਬੀਜ ਬੀਜਣ ਦੀ ਸੰਭਾਵਨਾ ਤੁਹਾਡੇ ਅੰਦਰ ਆ ਸਕਦੀ ਹੈ। ਮੱਥੈ ਜੋ ਲਿਖਿਆਸ ਲਿਖੇ, ਮਾੜੇ ਕਰਮ ਆਪ ਹੀ ਲਿਖ ਲਏ, ਮਾੜੇ ਨਤੀਜਿਆਂ ਦੇ ਲੇਖ ਆਪ ਹੀ ਲਿਖ ਲਏ। ਬਦਲ ਸਕਦੇ ਨੇ। ਭਾਈ ਸੱਜਣ ਜੀ ਨੇ ਬਦਲਵਾ ਲਏ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਬਦਲਵਾ ਲਏ। ਉਹ ਵੀ ਚੋਰ ਬਿਰਤੀਆਂ ਤੋਂ ਸਾਧ ਬਿਰਤੀਆਂ ਇੱਥੋਂ ਤੱਕ ਆਪਣੇ ਆਪ ਨੂੰ ਸਮਰੱਥ ਬਣਾ ਲਿਆ ਕਿ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਕੋਲ ਚੱਲ ਕੇ ਆਏ ਸੀ, ਆਪਣੀ ਉਸ ਚੋਰੀ ਦੀ ਸਜ਼ਾ ਤੋਂ ਬਚਣ ਲਈ ਉਸ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵਿੱਚ ਕੁਝ ਪਲਾਂ ਦੇ ਉਹ ਗੁਰੂ ਦੇ ਦਰਸ਼ਨ, ਗੁਰੂ ਦਾ ਸੰਗ ਕਿੱਥੇ ਤੱਕ ਪਹੁੰਚਾ ਗਿਆ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ। ਅੱਜ ਉਹਨਾਂ ਦੇ ਨਾਮ ਤੇ ਪੂਰੀ ਇੱਕ ਭਾਈਚਾਰਾ ਚੱਲ ਰਿਹਾ ਹੈ। ਉਹਨਾਂ ਦੇ ਖਾਨਦਾਨ ਵਿੱਚ ਇਹ ਸੰਪਰਦਾ ਚੱਲ ਰਹੀ ਹੈ। ਇੱਕ ਸਮਾਂ ਆਇਆ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਆਪਣੇ ਮੁਖ ਤੋਂ ਉਚਾਰਨ ਕੀਤਾ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਉਹ ਗੁਰੂ ਕਾ ਸੀਨਾ, ਗੁਰੂ ਦਾ ਹਿਰਦਾ ਹੀ ਬਣ ਗਿਆ ਭਾਈ ਬਿਧੀ ਚੰਦ। ਕਿੱਥੋਂ ਚੱਲੇ ਕਿੱਥੇ ਪਹੁੰਚ ਗਏ। ਉਹ ਮਿਟ ਗਏ ਲੇਖ ਚੋਰ ਬਿਰਤੀਆਂ ਵਾਲੇ ਤੇ ਗੁਰੂ ਦੀ ਮੱਤ ਦੇ ਲੇਖ ਲਿਖੇ ਗਏ ਤੇ ਗੁਰੂ ਕਾ ਹਿਰਦਾ ਬਣ ਗਏ। ਗੁਰੂ ਸਿੱਖ ਦੇ ਵਿੱਚ ਪ੍ਰਵੇਸ਼ ਕਰ ਗਿਆ, ਸਿੱਖ ਗੁਰੂ ਵਿੱਚ ਪ੍ਰਵੇਸ਼ ਕਰ ਗਿਆ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ, ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਕਰਕੇ ਦੇਖੋ ਮਹਾਰਾਜ ਕਹਿੰਦੇ ਨਹੀਂ ਜੇ ਕਰੋਗੇ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਲੰਘ ਜਾਣਾ ਸਮਾਂ ਤਾਂ ਇੱਕ ਇੱਕ ਪਲ ਕਰਕੇ ਲੰਘੀ ਜਾ ਰਿਹਾ ਹੈ। ਉਹ ਕਿਸ ਤਰ੍ਹਾਂ ਬਤੀਤ ਕਰਦੇ ਆ, ਕਿਸ ਤਰ੍ਹਾਂ ਦੀ ਬਿਰਤੀ ਸੋਚ ਵਿੱਚ ਵਿਚਾਰ ਵਿੱਚ ਬਤੀਤ ਕਰਦੇ ਆ, ਨਤੀਜੇ ਉਹਦੇ ਵਿੱਚੋਂ ਨਿਕਲਣੇ ਨੇ। ਅੱਜ ਹੀ ਮਹਾਰਾਜ ਕਹਿੰਦੇ ਬਦਲ ਸਕਦਾ ਹੈ ਤੁਹਾਡੇ ਜੀਵਨ ਦਾ ਇਹ ਸਾਰਾ ਰੰਗ ਢੰਗ। ਭਾਈ ਸੱਜਣ ਜੀ ਵਾਂਗ ਹਾਜ਼ਰ ਹੋ ਕੇ ਬੈਠ ਕੇ ਤੇ ਦੇਖੋ। ਮਹਾਰਾਜ ਕਹਿੰਦੇ ਸਮਾਂ ਨਹੀਂ ਲੱਗਦਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਅੱਗੇ ਕੀ ਆਖਿਆ ਜੀ? ਕਰਤ ਨਾ ਲਾਗੀ ਵਾਰ। ਸਮਾਂ ਨਹੀਂ ਲੱਗਦਾ ਹੁੰਦਾ। ਇਹ ਗੁਰੂ ਦੇ ਸ਼ਬਦ ਦਾ ਜਾਦੂ ਹੈ। ਇਹ ਕਰਾਮਾਤ ਇਹੋ ਹੀ ਹੈ ਕਿ ਇੱਥੇ ਜਦੋਂ ਗੁਰੂ ਸਾਹਿਬ ਆਪਣੀ ਸ਼ਰਨ ਵਿੱਚ ਆਏ ਨੂੰ ਸਮਰਪਿਤ ਹੋਏ ਗੁਰਸਿੱਖ ਦੇ ਉੱਤੇ ਮਿਹਰ ਦੀ ਨਜ਼ਰ ਕਰਦੇ ਹੈ ਤੇ ਅੰਦਰਲਾ ਭਾਈ ਦਇਆ ਰਾਮ ਦੁਨਿਆਵੀ ਬਿਰਤੀਆਂ ਵਾਲਾ ਮਰ ਜਾਂਦਾ ਹੈ ਤੇ ਉਹਦੀ ਜਗ੍ਹਾ ਤੇ ਉਹ ਆਪਣਾ ਦਇਆ ਰਾਮ ਰੂਪ ਵਾਲਾ ਦੁਨਿਆਵੀ ਰੂਪ ਭੇਟਾ ਕਰਕੇ ਗੁਰੂ ਦੀ ਕਿਰਪਾਨ ਨੂੰ ਜਦੋਂ ਫੇਰ ਜਾਗਦਾ ਹੈ ਨਾ, ਜਿਉਂਦਾ ਹੈ, ਤਾਂ ਉਹਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪ੍ਰਗਟ ਹੁੰਦੇ, ਜਿਹਨੂੰ ਮਹਾਰਾਜ ਕਹਿੰਦੇ ਤੂੰ ਮੇਰਾ ਗੁਰੂ ਹੋਇਆ, ਤੁਸੀਂ ਪੰਜੇ ਮੇਰੇ ਗੁਰੂ ਹੋਏ, ਮੈਂ ਤੁਹਾਡਾ ਸਿੱਖ ਹੋਇਆ। ਇਹ ਗੁਰੂ ਨਾਨਕ ਸਾਹਿਬ ਤੋਂ ਪ੍ਰਥਾ ਚੱਲੀ ਆਈ, ਪਿੱਛੇ ਮਨਾ ਕੇ ਹਟੇ ਆ ਨਾ ਆਪਾਂ ਖਾਲਸਾ ਸਾਜਨਾ ਦਿਵਸ। ਇੱਦਾਂ ਗੁਰੂ ਸਾਹਿਬ ਸਾਜ ਦਿੰਦੇ ਨੇ, ਘੜ ਦਿੰਦੇ ਨੇ ਤੁਹਾਡੀ ਸ਼ਖਸੀਅਤ ਨੂੰ ਕਿ ਉਹਦੇ ਵਿੱਚੋਂ ਮਨਮੁਖ ਦੀ ਜਗ੍ਹਾ ਤੇ ਗੁਰਮੁਖ ਨਿਕਲੇ ਆਵੇ। ਜੇ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਸਵਾਈ ਨਿਰਾਸ਼ਾ ਤੋਂ ਕੁਛ ਨਹੀਂ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਭੇਟਣਾ, ਸਾਂਝ ਪਾਉਣੀ, ਰਿਸ਼ਤਾ ਬਣਾਉਣਾ ਆ ਗਿਆ, ਮਹਾਰਾਜ ਕਹਿੰਦੇ ਇੱਥੇ ਲੋਕ ਸੁਖੀਆ ਨਿਸ਼ਚਿਤ ਹੈ ਤੇ ਪਰਲੋਕ ਸੁਹੇਲਾ ਉਹਨਾਂ ਲਈ ਨਿਸ਼ਚਿਤ ਹੈ। ਮਹਾਰਾਜ ਕਹਿੰਦੇ ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ, ਇਹ ਮੇਰਾ ਤੁਹਾਡੇ ਨਾਲ ਬਚਨ ਹੈ। ਨਾਨਕ ਇਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕਹਿ ਪਾਈਐ। ਗੁਰੂ ਦੇ ਨਾਲ, ਗੁਰੂ ਦੇ ਪਿਆਰਿਆਂ ਦੀ ਮਨ ਕਰਕੇ, ਮਤ ਕਰਕੇ ਕੀਤੀ ਹੋਈ ਸੰਗਤ ਦੇ ਇਹ ਨਿਸ਼ਚੇ, ਇਹ ਨਤੀਜੇ ਨਿਸ਼ਚਿਤ ਨੇ। ਸਾਹਿਬ ਜੀ ਕਹਿੰਦੇ ਕਰ ਇੱਥੇ ਆ ਕੇ ਕੀ ਹੁੰਦਾ ਹੈ?
ਇਹ ਨਤੀਜੇ ਨਿਕਲਦੇ ਕਿਵੇਂ ਨੇ ਸਾਹਿਬ ਜੀ ਕਹਿੰਦੇ। ਧਿਆਨ ਦੇਣ ਵਾਲਾ ਬਚਨ ਹੈ ਇਹ। ਕੋਈ ਐਵੇਂ ਹੀ ਜਾਦੂਈ ਇਸ ਤਰੀਕੇ ਨਾਲ ਕੋਈ ਅਲਾਦੀਨ ਦੇ ਚਿਰਾਗ ਵਾਲੀ ਗੱਲ ਨਹੀਂ ਹੈ। ਇੱਥੇ ਆ ਕੇ ਇਹ ਨਤੀਜੇ ਜਿਹੜੇ ਮਾਣ ਮੱਤੇ ਨਿਕਲਦੇ ਨੇ ਆਨੰਦਮਈ, ਉਹਦੇ ਪਿੱਛੇ ਇੱਕ ਕਿਰਿਆ ਕੰਮ ਕਰਦੀ, ਇੱਕ ਜੁਗਤ ਕੰਮ ਕਰਦੀ ਹੈ। ਜੇ ਇਨਕਾ ਉਹ ਸਾਧੂ ਭੇਟੀ ਐ ਸੋ ਦਰਗਾਹ ਹੋਏ ਖਲਾਸ, ਕਿਵੇਂ ਹੋ ਜਾਂਦਾ ਹੈ? ਇੱਥੇ ਬੈਠ ਕੇ ਗੁਰੂ ਜੁਗਤ ਸਿਖਾਉਂਦੇ ਹੈ। ਇਹ ਕਰਿਆ ਕਰੋ। ਇੱਥੇ ਜਦੋਂ ਮੇਰੇ ਕੋਲ ਆਓ ਨਾ ਆਨੰਦ ਦੀ ਤਲਾਸ਼ ਵਾਸਤੇ, ਤੇ ਬੇਨਤੀਆਂ ਕਰਨੀਆਂ ਸਿੱਖੋ। ਪਾਤਸ਼ਾਹ ਮੇਰੇ ਕੋਲ ਨਹੀਂ ਹੈਗੀ ਸਮਝ ਕਿ ਮੈਂ ਆਪਣੇ ਆਪ ਨੂੰ ਇਹਨਾਂ ਬੇਕਾਰੀ ਬਿਰਤੀਆਂ ਤੋਂ ਬਚਾ ਸਕਾਂ। ਮੇਰੇ ਤੇ ਤੁਸੀਂ ਹੀ ਕਿਰਪਾ ਕਰਕੇ ਮੇਰੀ ਉਂਗਲੀ ਪਕੜ ਕੇ ਮੈਨੂੰ, ਮੇਰੀ ਮੱਤ ਨੂੰ ਆਪਣੇ ਸ਼ਬਦ ਦੇ ਨਾਲ ਜੋੜ ਲਓ, ਮੇਰੇ ਮਨ ਨੂੰ ਇੱਥੇ ਜੋੜ ਲਓ। ਇੱਥੇ ਅਰਦਾਸ ਸਿਖਾਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ, ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਜ ਬਿਖਾਦੀ ਏਕ ਗਰੀਬਾ। ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿ ਵਿਕਾਰ, ਇਹ ਪਾਤਸ਼ਾਹ ਰਲ ਕੇ ਮੈਨੂੰ ਮਾਰੀ ਜਾਂਦੇ ਐ, ਲੜ ਕੇ ਮੇਰੇ ਨਾਲ ਰੋਜ਼ ਮੇਰੇ ਨਾਲ ਝਗੜਾ ਕਰ ਕਰਕੇ ਮੈਨੂੰ ਹਰਾਈ ਜਾਂਦੇ ਐ। ਮੈਂ ਕਮਜ਼ੋਰ ਹਾਂ, ਕੱਲਾ ਨਹੀਂ ਮੇਰੀ ਪੇਸ਼ ਜਾਂਦੀ। ਮੈਂ ਚਾਹੁੰਨਾ ਕ੍ਰੋਧ ਨਾ ਆਵੇ ਮੈਨੂੰ, ਮੈਂ ਹੰਕਾਰ ਵਿੱਚ ਉੱਚੇ ਬੋਲ ਨਾ ਬੋਲਾਂ, ਮੇਰੇ ਅੰਦਰ ਦੂਜਿਆਂ ਨੂੰ ਦੇਖ ਕੇ ਈਰਖਾ ਨਾ ਪੈਦਾ ਹੋਵੇ। ਪਰ ਪਾਤਸ਼ਾਹ ਮੇਰੇ ਕੋਲੋਂ ਨਹੀਂ ਹੁੰਦਾ ਹੈ। ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਟੇ ਕਤੋਂ ਨਾ ਹੈ। ਪਾਤਸ਼ਾਹ ਮੈਂ ਬਹੁਤ ਯਤਨ ਕਰ ਕਰਕੇ ਦੇਖੇ, ਮੇਰੀ ਸਮਝ ਮੇਰੀ ਸਮਰੱਥਾ ਕੰਮ ਨਹੀਂ ਕਰਦੀ, ਹਾਰ ਜਾਂਦਿਆਂ। ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਟੇ ਕਤੋਂ ਨਹੀਂ, ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗਤ ਮਿਟ ਜਾਂਦੇ ਹੈ। ਇੱਥੇ ਅਰਦਾਸਾਂ ਕਰਨੀਆਂ ਸਿਖਾਉਂਦੇ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪਾਤਸ਼ਾਹ ਦੁਨੀਆ ਦੇ ਪਦਾਰਥਾਂ ਦੀ ਭੁੱਖੀ ਲੱਗੀ ਹੋਈ ਹੈ, ਇਹ ਕਿਰਪਾ ਕਿਤੇ ਕਰ ਦਿਓ ਮੇਰੇ ਤੇ ਤੁਹਾਡੇ ਦਰਸ਼ਨ ਦੀ, ਤੁਹਾਡੇ ਮਿਲਾਪ ਦੀ ਪਿਆਸ ਮੇਰੇ ਅੰਦਰੋਂ ਜਗ ਜਾਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਪਾਤਸ਼ਾਹ ਮੇਰੀ ਇੱਕੋ ਹੀ ਅਰਦਾਸ, ਤੁਹਾਡੇ ਤੋਂ ਬਿਨਾਂ ਮੈਨੂੰ ਹੋਰ ਕੋਈ ਤੁਹਾਡੇ ਜਿੰਨਾ ਸਮਰੱਥ, ਤੁਹਾਡੇ ਜਿੰਨਾ ਕਿਰਪਾ ਨਿਦਾਨ, ਤੁਹਾਡੇ ਜਿੰਨਾ ਮੇਰਾ ਮੀਂਹ ਦਾ ਮੀਂਹ ਵਰਾਉਣ ਵਾਲਾ ਹੋਰ ਕੋਈ ਨਹੀਂ। ਪਾਤਸ਼ਾਹ ਮੈਨੂੰ ਭਟਕਣਾ ਨਾ ਪਵੇ ਮੜੀਆਂ ਮਸਾਣਾ ਬੰਦਿਆਂ ਦੇ ਪਿੱਛੇ ਜਾ ਜਾ ਕੇ, ਬਸ ਆਪਣੇ ਲੜ ਲਾ ਕੇ ਰੱਖੋ। ਜਦੋਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਤੁਹਾਡੇ ਅੰਦਰ ਆਏਗੀ, ਇਸ ਤਰ੍ਹਾਂ ਦੀ ਜੁਗਤ ਗੁਰੂ ਦੀ ਅਪਣਾਓਗੇ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰਿ ਚਰਨ ਨਿਵਾਸ। ਪਹਿਲਾਂ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿਨ੍ਹਾਂ ਪਾਸ। ਹੁਣ ਮਹਾਰਾਜ ਕਹਿੰਦੇ ਗੁਰੂ ਕੋਲੋਂ ਆ ਕੇ ਜੁਗਤ ਸਿੱਖ ਲਈ ਵਾਹਿਗੁਰੂ ਨਾਲ ਸਾਂਝ ਪਾਉਣ ਦੀ, ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨਾਂ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਬਣ ਜਾਂਦਾ ਹੈ, ਮੇਲ ਮਿਲਾਪ ਦੀ ਭੁੱਖ ਹੀ ਜਾਗ ਜਾਵੇ। ਮਿਲਣਾ ਤੇ ਬਹੁਤ ਅੱਗੇ ਦੀ ਗੱਲ ਹੈ, ਦਰਸ਼ਨ ਕੀ ਪਿਆਸ ਹੀ ਜਾਗ ਜਾਵੇ, ਤਾਂ ਮਹਾਰਾਜ ਕਹਿੰਦੇ ਇਹ ਤਪਸ਼ ਭਰਿਆ ਸਮਾਂ ਤਪਸ਼ ਭਰਿਆ ਨਹੀਂ ਰਹਿੰਦਾ, ਸੁਹਾਵਣਾ ਹੋ ਜਾਂਦਾ। ਆਸਾੜ ਸੁਹੰਦਾ ਤਿਸ ਲੱਗੈ, ਤਪੰਦਾ ਨਹੀਂ ਹੁਣ ਸੁਹੰਦਾ ਹੋ ਗਿਆ, ਖੁਸ਼ੀਆਂ ਭਰਿਆ ਆਨੰਦ ਭਰਿਆ ਹੋ ਗਿਆ। ਰਹਿਮਤ ਕਰਨ ਸਤਿਗੁਰੂ। ਇਸ ਤਰ੍ਹਾਂ ਦੀ ਗੁਰਮਤਿ ਜੁਗਤ ਗੁਰੂ ਦੇ ਸਿੱਖ ਦੇ ਰੂਪ ਵਿੱਚ ਸਾਨੂੰ ਗੁਰੂ ਨਾਲ, ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਦ੍ਰਿੜ ਕਰਨੀ ਆ ਜਾਵੇ, ਤਾਂ ਕਿ ਸਾਡਾ ਇਹ ਵਿਕਾਰਾਂ ਦੀ ਤਪਸ਼ ਨਾਲ ਖੁਆਰੀ ਵਾਲਾ ਸਮਾਂ ਆਨੰਦ ਸਹਿਜ ਟਿਕਾਓ ਵਿੱਚ ਬਦਲ ਸਕੇ। ਅਸੀਂ ਆਪਣਾ, ਆਪਣੇ ਪਰਿਵਾਰਾਂ ਦਾ, ਕੌਮ ਦਾ, ਸਰਬੱਤ ਦਾ ਭਲਾ ਕਰਨ ਦੇ ਸਮਰੱਥ ਹੋ ਸਕੀਏ। ਕੇਵਲ ਕਰਮਕਾਂਡੀ ਰੂਪ ਵਿੱਚ ਮੰਗੀਏ ਹੀ ਨਾ ਤੇਰੇ ਭਾਣੇ ਸਰਬੱਤ ਦਾ ਭਲਾ, ਆਪਣਾ ਭਲਾ ਸਵਾਸਾਂ ਦਾ ਗੁਰੂ ਕੋਲੋਂ ਕਰਵਾਉਣਾ ਸਿੱਖ ਲਈਏ, ਫਿਰ ਸਰਬੱਤ ਦੇ ਭਲੇ ਦੀ ਸੰਭਾਵਨਾ ਵੀ ਹੈ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਹਮੇਸ਼ਾ ਮੰਗ। ਆਪ ਜੀ ਨੇ, ਭਾਈ ਸਾਹਿਬਾਨ ਨੇ, ਪ੍ਰਬੰਧਕਾਂ ਨੇ ਬਹੁਤ ਮਾਣ ਦਿੱਤਾ। ਕੁਝ ਘੜੀਆਂ ਬਖਸ਼ਿਸ਼ ਹੋਈਆਂ ਸਤਸੰਗ ਦੇ ਆਪ ਜੀ ਨਾਲ ਮਿਲ ਬੈਠਣ ਦੀਆਂ। ਸਤਿਗੁਰੂ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨ। ਬਹੁਤ ਧੰਨਵਾਦ ਤੁਹਾਡੇ ਮਾਣ ਪਿਆਰ ਲਈ। ਫਤਿਹ।